जी लैल साहब सत श्री अकाल। ਗਿੱਲ ਸਾਹਿਬ ਸਤਿ ਸ੍ਰੀ ਅਕਾਲ। सत श्री अकाल जी। जितने भी साडे लोग देखने वाले ने सानू टैलीविजन माध्यम के राही ਉਹ ਇਹਨਾਂ ਨੂੰ ਵੀ ਅਸੀਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ। ਸੋ ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਾਊਂਟਡਾਊਨ ਜਿਹੜਾ ਹੈ, ਉਲਟੀ ਗਿਣਤੀ ਜਿਹੜੀ ਹੈ ਪੰਜਾਬ 'ਚ, ਪੰਜਾਬ ਵਿਧਾਨ ਸਭਾ 2022 ਦੀ ਸ਼ੁਰੂ ਹੋ ਚੁੱਕੀ ਹੈ। ਅੱਜ ਤਾਰੀਖ ਜਿਹੜੀ ਹੈਗੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ 14 ਫਰਵਰੀ ਹੋ ਗਈ ਔਰ 20 ਤਰੀਕ ਨੂੰ ਵੋਟਾਂ ਪੈਣੀਆਂ ਨੇ ਕਿ 14/6/20 ਛੇਵੇਂ ਦਿਨ ਵੋਟਾਂ ਪੈਣੀਆਂ ਨੇ। 14 ਫਰਵਰੀ ਲੰਘ ਚੁੱਕਾ ਹੈ, ਮਤਲਬ ਲੰਘਣ ਦੀ ਕਗਾਰ 'ਤੇ ਹੈ, ਸ਼ਾਮ ਪੈਣ ਵਾਲੀ ਹੈ। ਸ਼ੋਅ ਸਾਡਾ ਰਿਕਾਰਡ ਹੋ ਰਿਹਾ ਹੈ ਔਰ ਦਿਨ ਜਿਹੜੇ ਰਹਿ ਗਏ ਨੇ ਲਹਿਲ ਸਾਹਿਬ ਜੀ, ਦਿਨ ਰਹਿ ਗਏ ਵਿੱਚ ਵਿਚਾਲੇ 5 ਬਿਲਕੁਲ ਜੀ, ਗਿਣਤੀ ਦੇ। ਬਿਲਕੁਲ ਜੀ। ਔਰ ਲੀਡਰਾਂ ਦੇ ਸੁੱਕੇ ਹੋਏ ਨੇ, ਗਲੇ ਸੁੱਕੇ ਹੋਏ ਨੇ, ਥੱਕੇ ਹੋਏ ਨੇ, ਬੁਰਾ ਹਾਲ ਆ ਲੀਡਰਾਂ ਦਾ। ਔਰ ਟਿਲ ਡੇਟ ਵੀ ਲੋਕਾਂ ਨੂੰ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀਆਂ ਕੋਸ਼ਿਸ਼ਾਂ, ਇੱਕ ਦੂਜੇ ਨੂੰ ਠਿੱਬੀ ਲਾਉਣ ਦੀਆਂ ਕੋਸ਼ਿਸ਼ਾਂ ਔਰ ਜਨਤਾ ਜਨਾਰਦਨ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਸਰਗਰਮ ਨੇ ਪੰਜਾਬ ਦੇ ਵਿੱਚ। ਬੀਜੇਪੀ 70 ਤੋਂ 80 ਸੀਟਾਂ ਦਾ ਦਾਅਵਾ ਕਰਕੇ ਬੈਠੀ ਹੈ ਕਿ ਸਾਡੀਆਂ ਪੱਕੀਆਂ ਨੇ। ਅਕਾਲੀ ਦਲ ਕਹਿੰਦਾ 70 ਤੋਂ 80 ਸਾਡੀਆਂ ਪੱਕੀਆਂ ਨੇ। ਆਮ ਆਦਮੀ ਪਾਰਟੀ ਲਹਿਲ ਸਾਹਿਬ ਕਹਿੰਦੇ ਸਾਡੀਆਂ ਪੱਕੀਆਂ ਨੇ। ਹੁਣ ਮੈਨੂੰ ਗੱਲ ਨਹੀਂ ਸਮਝ ਆਉਂਦੀ ਵੀ ਟੋਟਲ 117 ਹਲਕੇ ਨੇ ਤੇ ਜੇ 70-80 ਅਕਾਲੀ ਦਲ ਲੈ ਗਿਆ, 70-80 ਲੈ ਗਿਆ ਭਾਜਪਾ, 70-80 ਲੈ ਗਿਆ ਆਮ ਆਦਮੀ ਪਾਰਟੀ, 70-80 ਕਾਂਗਰਸ ਲੈਣ ਨੂੰ ਫਿਰਦੀ ਹੈ, ਤਾਂ ਇਸ ਹਿਸਾਬ ਨਾਲ ਜਿਹੜੀ ਕੰਸਟੀਚੁਐਂਸੀ ਜੇ ਮੈਂ ਸੀਟਾਂ ਦੀ ਗਿਣਤੀ ਕਰਾਂ ਤਾਂ ਉਹ ਨੀਅਰ ਅਬਾਊਟ 8 ਚੁੱਕਾ 32, 320 ਤੇ 330 ਤੇ ਜਿੱਤ ਪ੍ਰਾਪਤ ਕਰ ਰਹੇ ਨੇ ਪੰਜਾਬ ਦੇ ਇਹ ਪੜ੍ਹੇ ਲਿਖੇ ਲੀਡਰ, ਜਿਹਨੂੰ ਮੈਂ ਕਹਿ ਰਹਾ 117 ਦੇ ਵਿੱਚੋਂ ਇਹ ਲੀਡ ਕਰ ਰਹੇ ਨੇ। ਹੁਣ ਅੰਦਾਜ਼ੇ ਬੜੇ ਲਗਾਏ ਜਾ ਰਹੇ ਨੇ, ਸੱਟਾ ਬੜਾ ਲੱਗ ਰਿਹਾ ਹੈ। ਉਹ ਕਹਿੰਦਾ ਮੈਂ ਆਮ ਨੂੰ ਵੋਟ ਪਾਊਂ, ਉਹ ਕਹਿੰਦਾ ਮੈਂ ਅਕਾਲੀਆਂ ਨੂੰ ਵੋਟ ਪਾਊਂ। ਅਕਾਲੀ ਕਹਿੰਦੇ ਇਹ ਸਾਰਾ ਕੰਮ ਹੀ ਪੰਜਾਬ 'ਚ ਅਸੀਂ ਕਰਾਇਆ, ਕਾਂਗਰਸ ਕਹਿੰਦੀ ਅਸੀਂ ਕੰਮ ਕਰਾਇਆ। ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਇੱਕ ਨਵਾਂ ਸ਼ੁਰਲੂ ਛੱਡਤਾ। ਨਵਾਂ ਨਹੀਂ ਵੈਸੇ ਹੈਗਾ, ਸ਼ੁਰਲੂ ਪੁਰਾਣਾ ਹੀ ਹੈ। ਉਹਨੂੰ ਥੋੜ੍ਹਾ ਜਿਹਾ ਟਿੱਕਾ ਟੁੱਕਾ ਲਾ ਕੇ, ਉਹਦੇ ਕੱਪੜੇ ਕੁੱਪੜੇ ਜਿਹੇ ਪਾ ਕੇ, ਉਹਦਾ ਘੱਗਰਾ ਚੇਂਜ ਕਰਕੇ ਉਹਨੂੰ ਸਮਾਨ ਦੇ ਵਿੱਚ ਆਤਿਸ਼ਬਾਜ਼ੀ ਵਾਂਗੂ ਫੇਰ ਛੱਡਤਾ ਵੀ ਜਦੋਂ ਸਾਡੀ ਸਰਕਾਰ ਆ ਗਈ, ਜਦੋਂ ਸਾਡੀ ਸਰਕਾਰ ਆ ਗਈ। ਸੁਣਨ ਵਾਲੀ ਗੱਲ ਹੈ, ਪਹਿਲੇ ਸਾਲ ਅਸੀਂ 1 ਲੱਖ ਨੌਕਰੀ ਦੇਵਾਂਗੇ। ਹੁਣ 1 ਲੱਖ ਨੌਕਰੀ ਦੇਣਗੇ ਕਿੱਥੇ ਮੈਨੂੰ ਨਹੀਂ ਪਤਾ। ਇਹ ਲੋਕਾਂ ਨੂੰ ਢਾਬਿਆਂ 'ਤੇ ਲਵਾਉਣਗੇ, ਇਹ ਲੋਕਾਂ ਨੂੰ ਸਵੀਮਿੰਗ ਪੂਲ 'ਚ ਛਾਲਾ ਮਰਾਉਣਗੇ, ਇਹ ਲੋਕਾਂ ਨੂੰ ਫੀਮ ਵੇਚਣ ਲਾਉਣਗੇ, ਜਾਂ ਲੋਕਾਂ ਨੂੰ ਦਵਾਈਆਂ ਦੀ ਦੁਕਾਨ, ਦਵਾਈਆਂ ਦੀਆਂ ਸ਼ੀਸ਼ੀਆਂ ਵੇਚਣ 'ਤੇ ਲਾਉਣਗੇ। 1 ਲੱਖ ਨੌਕਰੀ ਇਹ ਪੰਜਾਬ ਦੇ ਲੋਕਾਂ ਨੂੰ ਪਹਿਲੇ ਸਾਲ ਦੇ ਦੇਣਗੇ। ਲਹਿਲ ਸਾਹਿਬ ਧਿਆਨ ਦਿਓ, ਇਸੇ ਗੱਲ 'ਚੋਂ ਗੱਲ ਨਿਕਲਣੀ ਤੁਹਾਡੀ। ਬਿਲਕੁਲ ਬਿਲਕੁਲ ਜੀ, ਬਿਲਕੁਲ। ਇੱਕ ਮਿੰਟ ਮੈਨੂੰ ਹੋਰ ਦੇ ਦਿਓ ਜੀ ਜੀ, 2-4 ਮਿੰਟ ਬਾਅਦ ਤੁਹਾਨੂੰ ਦੇਵਾਂਗਾ। ਕੋਈ ਗੱਲ ਨਹੀਂ ਜੀ। 1 ਲੱਖ ਪਹਿਲੇ ਸਾਲ ਨੌਕਰੀ ਦੇ ਦੇਣੀ ਹੈ, ਦੂਜੇ ਸਾਲ ਇਹਨਾਂ ਨੇ 2 ਲੱਖ ਦੇ ਦੇਣੀ ਹੈ, ਤੀਜੇ ਸਾਲ ਵੀ ਇਹਨਾਂ ਨੇ 1.5 ਲੱਖ ਦੇ ਦੇਣੀ ਹੈ, ਚੌਥੇ ਸਾਲ ਵੀ 1.5 ਲੱਖ ਦੇ ਦੇਣੀ ਹੈ, ਤੇ 5ਵੇਂ ਸਾਲ ਵੀ 1.5 ਲੱਖ ਦੇ ਦੇਣੀ ਹੈ। ਮਤਲਬ 5-6 ਲੱਖ ਬੰਦਿਆਂ ਨੂੰ ਨੌਕਰੀ ਇਹਨਾਂ ਨੇ ਪੰਜਾਬ 'ਚ ਦੇ ਦੇਣੀ ਹੈ ਚਰਨਜੀਤ ਸਿੰਘ ਚੰਨੀ ਨੇ। ਔਰ ਪੰਜਾਬ ਸੂਬਾ ਦਾ ਬੜਾ ਖੁਸ਼ਹਾਲ ਬਣ ਜਾਣਾ। ਔਰ ਜੇ ਖੁਸ਼ਹਾਲ ਹੋ ਗਿਆ ਲਹਿਲ ਸਾਹਿਬ, ਤੈਨੂੰ ਫਿਰ ਵੋਟਾਂ ਕੌਣ ਪਾਊਗਾ? ਇੱਕ ਫਿਲਮ ਸੀ, ਉਹ ਫਿਲਮ ਵਿੱਚ ਕਹਿੰਦਾ ਵੀ ਜਦੋਂ ਆਪਾਂ ਇਹਨਾਂ ਲੋਕਾਂ ਦੀ ਗਰੀਬੀ ਦੂਰ ਕਰ ਸਕਦੇ ਹਾਂ ਤਾਂ ਆਪਾਂ ਕਰਦੇ ਕਿਉਂ ਨਹੀਂ? ਉਹ ਕਹਿੰਦਾ ਕਮਲਿਆ, ਜੇ ਇਹਨਾਂ ਦੀ ਗਰੀਬੀ ਦੂਰ ਕਰਤੀ ਤਾਂ ਇਹਨਾਂ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਇਹਨਾਂ ਲੋਕਾਂ ਨੂੰ ਮੁਫਤ ਦਾ ਖਾਣ ਦੀ ਆਦਤ ਪੈਣ ਦੇ, ਹਰਾਮ ਦਾ ਖਾਣ ਦੀ ਆਦਤ ਪੈਣ ਦੇ, ਉਸ ਤੋਂ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ ਤੁਸੀਂ ਵੋਟਾਂ ਪਾਉਣੀਆਂ ਅਤੇ ਕਿਹਨੂੰ ਪਾਉਣੀਆਂ। ਹੁਣ 6 ਸਿਲੰਡਰ ਵੀ ਚੰਨੀ ਸਾਹਿਬ ਫ੍ਰੀ ਦੇ ਰਹੇ ਨੇ ਜ਼ਰੂਰਤਮੰਦ ਔਰਤਾਂ ਨੂੰ। ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਦਾ ਫਾਰਮੂਲਾ ਪੰਜਾਬ 'ਚ ਅਡੋਪਟ ਕਰਾਂਗੇ। ਉਹ ਵਿਚਾਰਾ ਮੁਰਝਾਇਆ ਜਾ ਫਿਰਦਾ ਸੀ। ਕੱਲ੍ਹ ਤਾਂ ਉਹਨੇ ਪ੍ਰਿੰਕਾ ਗਾਂਧੀ ਦੀ ਰੈਲੀ 'ਚ ਬੋਲਣ ਤੋਂ ਮਨਾ ਕਰਤਾ। ਉਹ ਸਟੇਟ ਸੈਕਟਰੀ ਵਿਚਾਰੀ ਬੀਬੀ ਨਾ ਬੋਲਦੀ ਰਹੀ। ਤੁਹਾਡੇ ਸਾਹਮਣੇ ਪੰਜਾਬ ਦਾ ਬੱਬਰ ਸ਼ੇਰ, ਪੰਜਾਬ ਦਾ ਸ਼ੇਰ ਫਲਾਨਾ, ਪੰਜਾਬ ਦਾ ਹੋਣਹਾਰ ਗੜਗੱਜ ਫਲਾਨਾ ਫੱਜ, ਨਵਜੋਤ ਸਿੰਘ ਸਿੱਧੂ ਬੋਲਣਗੇ, ਉਹ ਆਇਆ ਹੱਥ ਖੜੇ ਕਰ ਕਹਿੰਦਾ ਮੈਂ ਨਹੀਂ ਬੋਲਣਾ, ਚੰਨੀ ਬੋਲਣਗੇ। ਉਹਨੇ ਚੰਨੀ ਤੋਂ ਫਿਰ ਉਹ ਬੀਬੀ ਵਿਚਾਰੀ ਨਾਲ ਦੇ ਨਾਲ ਭਾਸ਼ਣ ਬਦਲ ਗਈ, ਚੰਨੀ ਸਰਦਾਰ ਜਿੰਦਾਬਾਦ, ਹਾਏ 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 ਹਾਏ, ਚੰਨੀ ਬੋਲਣ ਲੱਗ ਗਏ। ਇਹ ਪੰਜਾਬ ਦੇ ਹਾਲਾਤ ਹੋਏ ਹੋਏ ਨੇ ਲਹਿਲ ਸਾਹਿਬ। 2-4 ਮਿੰਟ ਗੱਲ ਇਹ ਹੈ, 2-4 ਮਿੰਟ ਬਾਅਦ ਤੁਸੀਂ ਛੱਡ ਦਿਓ ਫਿਰ ਮਾਈਕ। ਜਿਹੜੇ ਸਿਆਣੇ ਬੰਦੇ ਹੈ ਨਾ ਗੜਗੱਜ ਪੰਜਾਬ ਦੇ, ਉਹ ਐਸੀ ਚਿੱਤੀ 'ਚ ਫਸ ਗਏ ਨੇ ਵੀ ਉਹ ਕਰਨ ਕੀ ਵਿਚਾਰੇ, ਉਹ ਕੀ ਫੈਸਲਾ ਲੈਣ।
ਆਮ ਸਧਾਰਨ ਬੰਦੇ ਦੇ ਅੱਗੇ ਇਹ ਜਿੰਨੀਆਂ ਮਰਜ਼ੀ ਬੀਨਾਂ ਵਜਾਈ ਜਾਣ, ਕਹਿੰਦੇ ਵੀ ਸੰਡੇ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਝੋਟੇ ਅੱਗੇ ਸੰਡਾ ਸਾਡੇ ਸੰਡਾ ਕਹਿੰਦੇ ਆ, ਤੁਹਾਡੇ ਸੰਡਾ ਕਹਿੰਦੇ, ਝੋਟਾ ਸਾਡੇ ਮਾਲਵੇ 'ਚ ਝੋਟਾ ਕਹਿੰਦੇ, ਵੀ ਝੋਟੇ ਅੱਗੇ ਬੀਨ ਇਹ ਵਜਾਉਂਦੇ। ਬੀਨ ਵਜਾਈ ਜਾਂਦੇ ਨੇ। ਸਿਆਣੇ ਲੋਕ ਇਹ ਸਮਝ ਤੋਂ ਬਾਹਰ ਨੇ ਵੀ ਕੀਤਾ ਕੀ ਜਾਵੇ, ਇਹ ਹੋਵੇ ਕੀ। ਫੈਸਲਾ ਕਰਨਾ ਬਹੁਤ ਔਖਾ ਹੈ। ਕਿਉਂ ਕਰਨਾ ਔਖਾ ਹੈ ਕਿ ਇੱਥੋਂ ਦੇ ਪੰਜਾਬ ਦੀ ਜਿਹੜੀ ਆਬਾਦੀ ਹੈ ਟੋਟਲ ਦੀ ਟੋਟਲ ਹੀ ਇਸ ਗੱਲ ਦਾ ਫੈਸਲਾ ਨਹੀਂ ਲੈ ਰਹੀ ਵੀ ਕਾਂਗਰਸ ਪਾਰਟੀ ਦੀ ਜਿਹੜੀ ਪਿਛਲੀ 5 ਸਾਲ ਦੀ ਸਰਕਾਰ ਸੀ ਉਹਨੇ ਕੀਤਾ ਕੀ ਹੈ। ਮੁਲਾਂਕਣ ਹੀ ਨਹੀਂ ਕਰ ਪਾ ਰਹੀ। ਉੱਥੇ ਰਿਸ਼ਤੇਦਾਰੀਆਂ, ਸਾਂਝਾਂ, ਦੋਸਤੀ, ਸ਼ਰਾਬ, ਪੈਸਾ, ਉਹ ਸਾਰਾ ਕੁਝ ਉਹਨਾਂ ਦੀ ਕਸਵੱਟੀ ਹੈ। ਜਦ ਤੱਕ ਅਸੀਂ ਉਹਨਾਂ ਦੀ ਪਾਲਿਸੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਫੈਸਲਾ ਕਿਵੇਂ ਹੋਏਗਾ। ਬਿਲਕੁਲ ਇਸੇ ਤਰ੍ਹਾਂ ਹੀ ਅਕਾਲੀ ਦਲ ਦੇ ਵਿੱਚ ਵੀ ਇਹੀ ਹਾਲ ਹੈ। ਅਕਾਲੀ ਦਲ ਤੇ ਕਈ ਸਾਡੇ ਰਿਸ਼ਤੇਦਾਰਾਂ ਦੇ ਫੋਨ ਆਏ ਵੀ ਤੁਸੀਂ ਆਪਣੇ ਜਾਣਕਾਰਾਂ ਨੂੰ ਫੋਨ ਕਰੋ ਵੀ ਵੋਟਾਂ ਜਿਹੜੀਆਂ ਨੇ ਫਲਾਣੇ ਅਕਾਲੀ ਦਲ ਨੂੰ ਪਾਤੀਆਂ ਜਾਣ ਜੀ। ਅਕਾਲੀ ਦਲ ਦਾ ਕੈਂਡੀਡੇਟ ਕੌਣ ਹੈ, ਕੌਣ ਨਹੀਂ ਹੈ, ਕਿ ਉਹ ਕੈਂਡੀਡੇਟ ਦਾ ਪਿਛੋਕੜ ਕੀ ਆ, ਇਸ ਗੱਲ ਦੀ ਕੋਈ ਚਿੰਤਾ ਨਹੀਂ, ਬਸ ਵੋਟਾਂ ਪਾ ਦਿਓ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਹੈ, ਇਸੇ ਤਰ੍ਹਾਂ ਭਾਜਪਾ ਦੀ ਹੈ। ਸੋ ਇਸ ਢੰਗ ਨਾਲ ਐਡੀ ਮਤਲਬ ਕਗਾਰ ਦੇ ਵਿੱਚ, ਤਦਾਦ ਦੇ ਵਿੱਚ ਪੂਰੇ 5 ਸਾਲ ਤੇ ਕਿਸੇ ਕਿਸਮ ਦਾ ਕੋਈ ਰੌਲਾ ਨਹੀਂ ਰਿਹਾ, ਝੋਲਾ ਨਹੀਂ ਰਿਹਾ, ਕੋਈ ਗੱਲ ਨਹੀਂ ਰਹੀ। ਨਾ ਹੀ ਰਾਜਕਾਰ ਦੀ ਜਮਾਤ ਨੇ ਲੋਕਾਂ ਦਾ ਖਿਆਲ ਕੀਤਾ ਔਰ ਨਾ ਹੀ ਵਿਰੋਧੀ ਪਾਰਟੀਆਂ ਨੇ ਕੋਈ ਆਪਣੀ ਵਿਰੋਧੀ ਪਾਰਟੀ ਹੋਣ ਦਾ ਸਬੂਤ ਦਿੱਤਾ। ਹੁਣ ਪਤਾ ਨਹੀਂ ਇਹਨਾਂ ਕੋਈ ਏਜੰਡੇ ਕਿੱਥੋਂ ਆ ਗਏ, ਮੰਗਾਂ ਕਿੱਥੋਂ ਆ ਗਈਆਂ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਲਾਉਣ ਲਈ ਕਿੱਥੋਂ ਰਿਕਾਰਡ ਲਏ ਨੇ। ਇਹ ਸਿਰਫ ਤੇ ਸਿਰਫ ਮੇਰੇ ਹਿਸਾਬ ਨਾਲ ਗਿੱਲ ਸਾਹਿਬ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ। ਜਦੋਂ ਇਹਨਾਂ ਦੀਆਂ ਸਟੇਜਾਂ ਵੇਖਦੇ ਆ ਜਾਂ ਜਦੋਂ ਇਹਨਾਂ ਦੀਆਂ ਗਰਾਊਂਡ ਦੀਆਂ ਰਿਪੋਰਟਾਂ ਦੇਖਦੇ ਆ, ਰੈਲੀਆਂ ਤੇ ਹੁੰਦੀਆਂ, ਮਸਕੀਨ ਸਾਹਿਬ ਨੇ ਗੱਲ ਸਹੀ ਕਹੀ ਸੀਗੀ ਵੀ ਬਹੁਤ ਵੱਡੇ ਇਕੱਠ 'ਚ ਕੋਈ ਚੰਗੇ ਬੰਦੇ ਨਹੀਂ ਹੁੰਦੇ ਤੇ ਚੰਗਿਆਂ ਬੰਦਿਆਂ ਦਾ ਇਕੱਠ ਨਹੀਂ ਹੁੰਦਾ। ਬਿਲਕੁਲ ਇਹ ਗੱਲ ਬਹੁਤ ਵਧੀਆ ਗੱਲ ਹੈ। ਹੁਣ ਕਿੱਥੋਂ ਅੰਦਾਜ਼ਾ ਲਾਈਏ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਾਂਗਰਸ ਵੀ, ਅਕਾਲੀ ਵੀ, ਆਪ ਵਾਲੇ ਵੀ ਇਕੱਠ ਕਰਕੇ ਬੰਦੇ ਲੈ ਕੇ ਆਉਂਦੇ ਨੇ। ਕੁਝ ਪੱਤਰਕਾਰਾਂ ਨੇ ਜਦੋਂ ਉਹਨਾਂ ਦੇ ਇਕੱਠਾਂ 'ਚ ਜਾ ਕੇ ਲੋਕਾਂ ਨਾਲ, ਝੰਡੇ ਫੜੇ ਵਾਲੇ ਬੰਦਿਆਂ ਨਾਲ ਜਦੋਂ ਗੱਲ ਕੀਤੀ ਤਾਂ ਉਹ ਸਪਸ਼ਟ ਕਹਿੰਦੇ ਨੇ ਵੀ ਸਾਨੂੰ ਨਹੀਂ ਪਤਾ ਅਸੀਂ ਕਾਹਦੇ ਲਈ ਆਏ ਆ, ਸਾਨੂੰ ਤਾਂ 300 ਰੁਪਈਆ ਤੇ 500 ਰੁਪਈਆ ਦਿਹਾੜੀ ਤੇ ਲਿਆਂਦਾ ਗਿਆ, ਅਸੀਂ ਸਿਰਫ ਤੇ ਸਿਰਫ ਦਿਹਾੜੀ ਤੇ ਆਏ ਆ, ਜੋ ਇਹ ਕਹਿੰਦੇ ਨੇ ਅਸੀਂ ਕਹੀ ਜਾਂਦੇ ਆ, ਸਾਨੂੰ ਕੁਝ ਨਹੀਂ ਪਤਾ ਵੀ ਇਹ ਕਿਹੜੀ ਪਾਰਟੀ ਹੈ ਤੇ ਕਿਹੜੀ ਨਹੀਂ ਪਾਰਟੀ ਹੈ। ਝੰਡਾ ਫੜਿਆ, ਤੁਸੀਂ ਆਪੇ ਅੰਦਾਜ਼ਾ ਲਾ ਲਓ। ਇੱਕ ਹੋਰ ਗੱਲ ਹੈ ਲਹਿਲ ਸਾਹਿਬ, ਤੁਹਾਡੇ ਵਿੱਚ ਗੱਲ ਕਰਦਾ ਜੀ, ਜਿਹੜੇ ਇਹ 300 ਵਾਲੇ ਰੁਪਏ ਬੰਦੇ ਹੁੰਦੇ ਆ ਨਾ ਜੀ, ਜਿਨ੍ਹਾਂ ਨੂੰ ਇਹ ਲਿਜਾਂਦੇ ਨੇ ਹਨਾ, ਰੈਲੀਆਂ ਤੇ ਹਨਾ, ਜੀ, ਇਹਨਾਂ ਨੂੰ ਕਹਿ ਕੇ ਲਿਜਾਂਦੇ ਨੇ। ਮੈਂ ਇੱਕ ਵਾਰ ਸੁਣਿਆ ਸੀਗਾ ਨਾ, ਇੱਕ ਜਿਹੜਾ ਪ੍ਰਬੰਧਕ ਸੀ ਨਾ, ਉਹ ਕਹਿੰਦਾ ਵੀ ਭਈਆਂ ਨੂੰ ਕਹਿੰਦਾ ਵੀ ਚਲੋ ਟਰਾਲੀਆਂ ਟਰੈਕਟਰਾਂ 'ਚ ਬੈਠੋ, ਕਹਿੰਦਾ ਚੱਲਣ ਜਾਣਾ। ਕਹਿੰਦਾ ਬਾਬੂ ਜੀ ਹमें ये तो बता दो कि वहाँ जिंदाबाद बोलना कि मुर्दाबाद बोलना है। कहना कंजरो तुसी जिंदाबाद वाले, तुसी जिंदाबाद बोलना। कहना ठीक है, कहना कोई भी गल होवे कहना आपने जिंदाबाद जिंदाबाद है ना। और ਇਹਨਾਂ ਨੂੰ ਨਾ ਗੱਲ ਕਲੀਅਰ ਕਰਨੀ ਪੈਂਦੀ ਜਿਹੜੇ 300 ਵਾਲੇ ਹੁੰਦੇ ਨੇ ਵੀ ਤੁਸੀਂ ਜਿੰਦਾਬਾਦ ਵਾਲੀ ਰੈਲੀ 'ਚ ਜਾ ਰਹੇ ਹੋ ਕਿ ਤੁਸੀਂ ਮੁਰਦਾਬਾਦ ਵਾਲੀ ਰੈਲੀ 'ਚ ਜਾ ਰਹੇ ਹੋ। ਉਹ ਤਾਂ ਮੁਰਦਾਬਾਦ ਵਾਲੇ ਨੂੰ ਵੀ ਜਿੰਦਾਬਾਦ ਕਹਿ ਜਾਂਦੇ ਨੇ। ਹਾਂ, ਕਈ ਵਾਰੀ ਕੀ ਹੁੰਦਾ ਕਿ ਬੰਦੇ ਨੇ ਪੈਸੇ ਦਿੱਤੇ ਹੁੰਦੇ ਜਿੰਦਾਬਾਦ ਦੇ, ਉੱਥੇ ਭਈ ਐਵੇਂ ਕਹੀ ਜਾਂਦੇ ਨੇ ਮੁਰਦਾਬਾਦ ਮੁਰਦਾਬਾਦ। ਸੋ ਕਹਿਣ ਦਾ ਭਾਵ ਇਹ ਆ ਵੀ ਸਾਰੀਆਂ ਰੈਲੀਆਂ ਦੇ ਵਿੱਚ ਚਿਹਰੇ ਉਹੀ ਨੇ, ਚਿਹਰੇ ਚੰਦ ਜੇ ਹੋਏ ਨੇ, ਸਿਰਫ ਸੰਬੋਧਨ ਕਰਨ ਵਾਲੇ ਜਿਹੜੇ ਨੇ ਉਹ ਬਦਲ ਜਾਂਦੇ ਨੇ ਤੇ ਜਿਹੜੇ ਝੰਡੇ ਨੇ ਉਹ ਜ਼ਰੂਰ ਬਦਲਦੇ ਨੇ, ਹੋਰ ਕੁਝ ਨਹੀਂ ਬਦਲਿਆ। ਜੇ ਚਰਨਜੀਤ ਚੰਨੀ ਪੰਜਾਬ ਦੇ ਲੋਕਾਂ ਨੂੰ ਆਪਣੀ 111 ਦਿਨਾਂ ਦੀ ਰਿਪੋਰਟ ਤੇ ਪੇਸ਼ ਕਰਦਾ ਆ, ਪਰ ਆਪਣੇ ਘੱਟੋ ਘੱਟ ਪਿਛਲੇ 4.5 ਸਾਲ ਦਾ ਕਦੇ ਹਿਸਾਬ ਨਹੀਂ ਦਿੱਤਾ ਉਹਨਾਂ ਨੇ। ਸਾਡੇ ਲੋਕ ਵੀ ਉਹਦੇ ਕੋਲ 111 ਦਿਨਾਂ ਦੀ ਜਿਹੜੀ ਉਹ ਅਬਾਬ ਗੀਤ ਹੈ ਉਹ ਗਾਈ ਜਾਂਦੇ ਨੇ। 111 ਦਿਨ 111 ਦਿਨ। ਉਹ ਭਲਵੇ ਲੋਕੋ ਜਾਂ ਉਹਨਾਂ ਰਾਜਨੀਤਿਕ ਲੋਕਾਂ ਨੂੰ ਮੈਂ ਪੁੱਛਾਂ, ਪਿਛਲੇ ਬੜੇ 5 ਸਾਲ ਤੁਹਾਡੇ ਬਿਨਾਂ ਕਿਸੇ ਗੱਲ ਦੇ ਗਵਾਤੇ, ਤੁਹਾਡੇ 5 ਸਾਲ ਟੈਕਸਾਂ ਦੇ ਉਹ ਪੈਸੇ ਖਾ ਗਏ ਨੇ, 5 ਸਾਲ ਕੋਈ ਸੁਧਾਰ ਨਹੀਂ ਹੋਇਆ। ਇਹ ਤਾਂ ਚਲਾਕ ਲੋਕ ਨੇ ਵੀ 4.5 ਸਾਲ ਲੋਕਾਂ ਨੂੰ ਕੁੱਟੋ, ਮਾਰੋ, ਉਹਨਾਂ ਦੀ ਜਿਹੜਾ ਟੈਕਸ ਖਾਓ, ਪੰਜਾਬ ਨੂੰ ਗਹਿਣੇ ਪਾ ਦਿਓ, ਤੇ ਜਦੋਂ 111 ਦਿਨ ਰਹਿ ਗਏ ਜਾਂ 3 ਮਹੀਨੇ ਰਹਿ ਗਏ ਉਸ ਵੇਲੇ ਕੁਝ ਚੰਦ ਰਿਆਤਾਂ ਦੇ ਕੇ ਇਹਨਾਂ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ ਜਾਏ। ਇਹ ਇਹਨਾਂ ਦਾ ਇੱਕ ਪਿਛੋਕੜ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ
ਪਿਛਲੇ 10 ਸਾਲ 'ਚ ਕੋਈ ਵਿਕਾਸ ਜਿਹੜਾ ਹੋਇਆ, ਉਸ ਵਿਕਾਸ ਦੀਆਂ ਅੱਜ ਵੀ ਉਹ ਕਹਾਣੀਆਂ ਹੀ ਪਾਈ ਜਾ ਰਹੇ ਨੇ। ਅੱਗੇ ਵਿਕਾਸ ਹੋਣਾ ਜਾਂ ਨਾ ਹੋਣਾ ਉਹ ਇੱਕ ਵੱਖਰੀ ਗੱਲ ਹੈ। ਆਮ ਆਦਮੀ ਪਾਰਟੀ ਹੈ, ਆਮ ਆਦਮੀ ਪਾਰਟੀ ਦੇ ਆਪਣੇ ਹੀ ਅਹੁਦੇਦਾਰ, ਆਪਣੇ ਹੀ ਮੈਂਬਰ ਦੂਸਰਿਆਂ ਬੰਦਿਆਂ ਨੇ ਤਾਂ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕੰਡੈਮ ਕਰਨਾ ਹੀ ਕਰਨਾ, ਉਹਦੇ ਖਿਲਾਫ ਬੋਲਣਾ, ਉਹਦੀਆਂ ਕਮਜ਼ੋਰੀਆਂ ਨੂੰ ਬਾਹਰ ਕੱਢਣਾ ਹੀ ਕੱਢਣਾ। ਪਰ ਦੁੱਖ ਉਸ ਵੇਲੇ ਆ ਵੀ ਜਿਹੜੇ ਬੰਦੇ ਲਗਾਤਾਰ ਪੁਰਾਣਿਆਂ ਸਮਿਆਂ ਤੋਂ, ਜਦੋਂ ਦੀ ਆਮ ਆਦਮੀ ਪਾਰਟੀ ਦੀ ਹੋਂਦ ਹੋਈ ਹੈ, ਉਦੋਂ ਤੋਂ ਪੰਜਾਬ ਦੇ ਅੰਦਰ ਵਿਚਰਦੇ ਰਹੇ ਨੇ, ਤੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਦਰਕਿਨਾਰ ਕਰ ਗਏ ਨੇ। ਕੁਝ ਦੂਜੀਆਂ ਪਾਰਟੀਆਂ 'ਚ ਚਲੇ ਗਏ ਨੇ, ਕੁਝ ਸ਼ਾਂਤ ਹੋ ਕੇ ਬਹਿ ਗਏ ਨੇ, ਕੁਝ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਉਹ ਦੂਜੀਆਂ ਪਾਸਿਆਂ ਤੋਂ ਟਿਕਟਾਂ ਲੈਣ ਵਾਸਤੇ ਉਹਨਾਂ ਦੇ ਖੇਮੇ 'ਚ ਜਾ ਵੜੇ ਨੇ। ਇਹਦਾ ਮਤਲਬ ਕਿਤੇ ਨਾ ਕਿਤੇ ਨੁਕਸ ਤੇ ਹੈ। ਸੋ ਕਹਿਣ ਦਾ ਭਾਵ ਹੈ, ਚਰਨਜੀਤ ਚੰਨੀ ਵੱਲੋਂ ਜਿਹੜਾ 1 ਲੱਖ ਨੌਕਰੀ ਦੀ ਗੱਲ ਕੀਤੀ ਹੈ, ਹੈਰਾਨਗੀ ਵਾਲੀ ਗੱਲ ਸੁਣੋ, ਜਿਹੜਾ ਬਿਆਨ ਦਿੱਤਾ ਨਾ ਉਹ 'ਚ ਸਾਲ ਦੀ ਗੱਲ ਨਹੀਂ ਕੀਤੀ। ਅਗਲੇ ਦਿਨ ਉਹ ਕਹਿੰਦਾ ਜਿਸ ਦਿਨ ਮੇਰੀ ਸਰਕਾਰ ਬਣੇਗੀ ਉਹਦੇ ਅਗਲੇ ਦਿਨ ਹੀ 1 ਲੱਖ ਨੌਕਰੀ ਜਿਹੜੀ ਆ ਲੋਕਾਂ ਨੂੰ ਦਿੱਤੀ ਜਾਏਗੀ। ਗਿੱਧਾ ਪਾ ਕੇ ਆਉਣਗੇ ਲੋਕ। 1 ਲੱਖ 1 ਲੱਖ ਨੌਕਰੀ ਦੇਣ ਵਾਸਤੇ ਸਟਰਕਚਰ ਕੀ ਹੈ ਲੈਲ ਸਾਹਿਬ? 1 ਲੱਖ ਨੌਕਰੀ ਦਾ ਮਤਲਬ ਇਹ ਹੈ ਵੀ ਪੰਜਾਬ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦੇਣਾ, ਇਹ ਸਿਸਟਮ ਹੈ। ਮੈਂ ਚੰਨੀ ਸਾਹਿਬ ਨੂੰ ਇੱਕ ਬੇਨਤੀ ਕਰਦਾ, ਤੁਹਾਡੀ ਗੱਲ ਮੈਂ ਵਿੱਚੇ ਕੱਟਦੀ, ਵੀ ਜਿਹੜੇ ਪਹਿਲਾਂ ਵਿਚਾਰੇ ਧੱਕੇ ਖਾਂਦੇ ਫਿਰਦੇ ਨੇ ਉਹ ਪੱਕੇ ਦਾ ਕਰ ਲਓ। ਮੈਂ ਤੇ ਲੈਲ ਸਾਹਿਬ ਨਾ ਕੱਲ ਇੱਕ ਕਾਂਗਰਸ ਦੇ ਵਿਧਾਇਕ ਨੇ ਰਜਿੰਦਰ ਰਾਣਾ ਜੀ, ਜਿਹੜੇ ਕਿ ਸੁਜਾਨਪੁਰ ਹਲਕਾ ਹਿਮਾਚਲ ਪ੍ਰਦੇਸ਼ ਤੋਂ ਹੈ, ਉਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਖਰੜ ਹਲਕੇ ਦੇ ਵਿੱਚ ਅਬਜ਼ਰਵਰ ਲੱਗੇ ਹੋਏ ਨੇ। ਤੇ ਮੈਂ ਤੇ ਲਹਿਲ ਸਾਹਿਬ ਨਾਲ ਕੱਲ੍ਹ ਉਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਲੱਗਿਆ, ਤੇ ਲਹਿਲ ਸਾਹਿਬ ਨੇ ਇੱਕ ਬੜਾ ਕੜਾ ਜਿਹਾ ਸਵਾਲ ਪੁੱਛਿਆ ਉਹਨਾਂ ਨੂੰ। ਉਹ ਕਹਿੰਦੇ ਵੀ ਜਿਹੜਾ ਕੁਛ ਉਹ ਕਰਦੇ ਉਹੀ ਕੁਛ ਤੁਸੀਂ ਕਰੀ ਜਾਂਦੇ ਹੋ, ਔਰ ਤੁਸੀਂ ਕਹੀ ਜਾਂਦੇ ਹੋ ਵੀ ਚਰਨਜੀਤ ਸਿੰਘ ਚੰਨੀ ਆਪਕੇ ਹਲਕੇ का है, खरड़ हल्के का है, आपको तो खुशी होनी चाहिए। ਅਸੀਂ ਉਹਨਾਂ ਨੇ ਗੱਲ ਕਹੀ ਵੀ ਪਿਛਲੇ 111 ਦਿਨ ਜਦੋਂ ਇਹ ਮੁੱਖ ਮੰਤਰੀ ਰਿਹਾ, ਚੋਣ ਜ਼ਾਬਤੇ ਤੋਂ ਪਹਿਲਾਂ ਇੱਥੇ ਲੋਕਾਂ ਨੂੰ ਹਸਪਤਾਲ ਜਾਣਾ ਔਖਾ ਹੋ ਗਿਆ ਸੀ, ਇੱਥੇ ਲੋਕਾਂ ਨੂੰ ਬੱਚਿਆਂ ਨੂੰ ਸਕੂਲ ਜਾਣਾ ਔਖਾ ਹੋ ਗਿਆ ਸੀ। ਕਾਰਨ ਕੀ ਸੀ? 111 ਦਿਨ ਦੇ ਵਿੱਚ ਘੱਟੋ ਘੱਟ ਵੀ 90 ਦਿਨ ਲੋਕਾਂ ਨੇ ਦੁਖਾਂਤ ਭੁਗਤਿਆ। ਲੋਕਾਂ ਨੇ ਐਡਾ ਕੁ ਦੁਖਾਂਤ ਭੁਗਤਿਆ ਵੀ ਸਾਨੂੰ ਘਰੋਂ ਨਿਕਲਣ ਬਾਰੇ ਸੋਚਣਾ ਪੈਂਦਾ ਸੀ ਕਿ ਯਾਰ ਕਿਹੜੇ ਰੂਟ ਤਾਂ ਹੀ ਅਸੀਂ ਕਾਰ ਲੈ ਕੇ ਅਸੀਂ ਆਪਣੇ ਦਫ਼ਤਰ ਪਹੁੰਚੀਏ। ਚੱਕੇ ਜਾਮ ਸੀ, ਸੜਕਾਂ ਤੇ ਮੁਲਾਜ਼ਮ ਔਰਤਾਂ ਬੱਚਿਆਂ ਸਮੇਤ ਕੋਰੇ ਠੰਡ ਦੇ ਵਿੱਚ ਰੁਲ ਰਹੀਆਂ ਸੀ। ਚੰਨੀ ਸਾਹਿਬ ਸ਼ਰਮ ਕਰੋ ਮਾੜੀ ਮੋਟੀ। ਪਹਿਲਾਂ ਜਿਹੜੇ ਵਿਚਾਰੇ ਸੜਕਾਂ ਤੇ ਰੁਲਦੇ ਫਿਰਦੇ ਨੇ, ਜਿਹੜੇ ਟੀਚਰ 6-6 ਹਜ਼ਾਰ ਰੁਪਏ ਤੇ ਇੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ, ਜੇ ਤੁਸੀਂ ਉਹ ਗੱਲ ਕਹਦੇ ਨਾ ਵੀ ਜਿਹੜੇ ਮੁਲਾਜ਼ਮ ਭਾਈ ਸੜਕਾਂ ਤੇ ਰੁਲਦੇ ਸੀ 111 ਦਿਨਾਂ 'ਚ, ਮੈਂ ਉਹਨਾਂ ਨੂੰ ਪੱਕਿਆਂ ਨਾ ਕਰ ਸਕਿਆ, ਮੈਂ ਉਹਨਾਂ ਨੂੰ ਸਰਕਾਰ ਬਣ ਤੇ ਪੱਕਿਆਂ ਕਰੂੰਗਾ। ਮੈਂ ਜਿਹੜੇ 6-6 ਹਜ਼ਾਰ 8-8 ਹਜ਼ਾਰ ਰੁਪਏ ਦੇ ਕੰਮ ਟੀਚਰ ਕਰਦੇ ਨੇ, ਮੈਂ ਉਹਨਾਂ ਦੀ ਤਨਖਾਹ 40-40 ਹਜ਼ਾਰ ਕਰੂੰਗਾ। ਮੈਂ ਫੇਰ ਮੰਨਦਾ ਚਰਨਜੀਤ ਸਿੰਘ ਚੰਨੀ ਨੂੰ ਵੀ ਬਹੁਤ ਵਧੀਆ ਮੁੱਖ ਮੰਤਰੀ ਹੈ। ਰੋਪੜ ਡੀਸੀ ਨੇ ਕਲੀਨ ਚਿੱਟ ਦੇਤੀ ਕਿ ਮਾਈਨਿੰਗ ਦੇ ਵਿੱਚ ਇਹਦਾ ਕੋਈ ਹੱਥ ਨਹੀਂ ਹੈ। ਇਹ ਸ਼ਿਕਾਇਤ ਜਿਹੜੀ ਸੀ ਇਹ ਬੇਬੁਨਿਆਦ ਸੀ। ਉਹਦੇ ਵੱਡੇ ਪੋਸਟਰ ਬਣਾ ਕੇ ਤੁਸੀਂ ਅਖਬਾਰਾਂ 'ਚ ਪ੍ਰੈਜ਼ੈਂਟ ਕਰ ਰਹੇ ਹੋ ਵੀ ਆਹ ਦੇਖੋ ਜੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਕਲੀਨ ਚਿੱਟ ਦੇਤੀ ਜੀ, ਇਹਦਾ ਚਿੱਟੇ ਬਗਲੇ ਵਰਗਾ ਮੰਤਰੀ ਹੈ, ਇਹਨੇ ਤਾਂ ਬੇਈਮਾਨੀ ਕੋਈ ਨਹੀਂ ਕੀਤੀ। ਫਿਰ ਉਹ ਹਿਮਾਚਲ ਦਾ MLA ਵੀ ਕਹਿੰਦਾ ਵੀ ਜੇ ਕੋਈ ਚਾਚਾ ਭਤੀਜਾ ਠੱਗੀ ਮਾਰ ਵੀ ਜਾਵੇ ਤਾਂ ਚਾਚੇ ਦਾ ਕੀ ਕਸੂਰ ਆ? ਮੈਂ ਚੰਨੀ ਦਾ ਕੋਈ ਕਸੂਰ ਨਹੀਂ ਹੈਗਾ। ਚੰਨੀ ਉਧਰੋਂ ਪਿੱਟੀ ਜਾਂਦਾ ਕਿ ਮੈਂ ਇਲੈਕਸ਼ਨ ਕਮਿਸ਼ਨ ਕੋਲੇ 1.36 ਕਰੋੜ ਦੀ ਜਿਹੜੀ ਹੈਗੀ ਜਾਇਦਾਦ ਸ਼ੋਅ ਕੀਤੀ ਹੈ ਤੇ ਵਿਰੋਧੀ ਪਾਰਟੀਆਂ ਨੇ ਉਹਨੂੰ 136 ਕਰੋੜ ਬਣਾਤਾ। ਇਹ ਨਹੀਂ ਸਮਝ ਇਹ ਚੰਨੀ ਦਾ ਸਭ ਤੋਂ ਵੱਡਾ ਜਿਹੜਾ ਉਹ ਫਰੇਬ ਹੈ। ਉਹ ਚੰਨੀ ਦਾ ਫਰੇਬ ਆ ਵੀ 1.26 ਹੈ। ਇਹਦਾ ਮਤਲਬ ਉਹਦੇ ਕੋਲੇ ਸਿਰਫ 1.5 ਕਰੋੜ ਰੁਪਈਆ ਹੀ ਆ। 1.5 ਕਰੋੜ ਦੀ ਗੱਲ ਕਰਦਾ, 2.5-3 ਹੈਰਾਨਗੀ ਵਾਲੀ ਗੱਲ ਹੈ। 2.5-3 ਕਰੋੜ ਦੀ ਗੱਡੀ ਹੈ, 3.25 ਕਰੋੜ ਦੀ ਜਿਹੜਾ ਬੰਦਾ ਉਹਦਾ ਮੁੰਡਾ ਗੱਡੀ ਲਈ ਫਿਰਦਾ ਤੇ ਉਹ 1.26 ਜਾਂ 36 ਮਤਲਬ 1.36 ਦਾ ਮਤਲਬ 1 ਕਰੋੜ 36 ਲੱਖ। ਲੈ ਸਾਹਿਬ 4-5 ਕਰੋੜ ਦਾ। ਮੈਂ ਤੇ ਹੈਰਾਨ ਹਾਂ ਇਸ ਗੱਲ ਦੀ। ਘਰ ਵੀ ਕਰੋੜਾਂ ਐਡਾ ਵੱਡਾ ਝੂਠ ਜਿਹੜਾ ਇੱਕ ਸਾਡਾ ਆਉਣ ਵਾਲਾ ਜਿਹੜਾ ਚਿਹਰਾ ਮੁੱਖ ਮੰਤਰੀ ਦਾ ਜਿਹੜਾ ਅੱਜ ਝੂਠ ਬੋਲ ਰਿਹਾ, ਉਹ ਕੀ ਸਮਝਦਾ ਵੀ ਲੋਕਾਂ ਨਾਲ ਸੜਕ ਤੇ ਜਾ ਕੇ ਤਾਸ਼ ਖੇਡ ਲਈ ਤੇ ਪੰਜਾਬ ਦੇ ਮਸਲੇ ਸੁਲਝ ਗਏ? ਉਹ ਪਿੰਡਾਂ ਦੇ ਬਾਪੂਓ, ਉਹ ਸਮਝਦਾਰੀ ਕਰੋ ਕੁਛ। ਇਹ ਤਾਸ਼ ਖੇਡਣ ਨਹੀਂ ਆਇਆ, ਇਹ ਜੂਆ ਖੇਡਣ ਆਇਆ ਤੁਹਾਡੇ ਨਾਲ। ਕੀ ਬਾਤ ਹੈ, ਇਹ ਸ਼ਤਰੰਜ ਦਾ ਖਿਡਾਰੀ ਹੈ। ਵੈਰੀ ਗੁੱਡ ਲੈਲ ਸਾਹਿਬ।
ਅੱਜ ਇਹ ਜੂਆ ਖੇਡਣ ਆਇਆ। ਤੁਸੀਂ ਬਹੁਤ ਅੱਛੀ ਗੱਲ ਕਰੀ। ਉਹ ਸਮਝਦਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਗੁੱਲੀ ਡੰਡਾ ਜਿਹੜਾ ਖੇਡਦਾ ਨਾ, ਇਹ ਸਿਰਫ ਗੁੱਲੀ ਡੰਡਾ ਨਹੀਂ ਖੇਡ ਰਿਹਾ, ਇਹ ਤੁਹਾਡੇ ਸਿਰਾਂ 'ਚ ਡਾਂਗਾਂ ਤੇ ਸੋਟੇ ਮਾਰ ਰਿਹਾ। ਇਹ ਗੁੱਲੀ ਜਿਹੜੀ ਹੈ ਪਬਲਿਕ ਹੈ, ਡੰਡਾ ਇਹਦੇ ਹੱਥ 'ਚ। ਇਹ ਮੇਰੀ ਗੱਲ ਸਮਝ ਕੇ ਕੋਸ਼ਿਸ਼ ਕਰੋ। ਸੋ ਇਹ ਸਾਰੇ ਪਖੰਡ ਜਿਹੜੇ ਨੇ, ਔਰ ਜੇ ਇਹ ਪਖੰਡ ਨਾ ਕਰਦਾ ਹੁੰਦਾ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਕੱਲ ਜਿਹੜੀ ਆ ਪ੍ਰਿੰਕਾ ਗਾਂਧੀ ਦੇ ਉੱਥੇ ਰੈਲੀ ਦੇ ਵਿੱਚ ਇਹ ਰੋਸ ਪ੍ਰਗਟ ਨਾ ਕਰਦਾ। ਹਰ ਬੰਦੇ ਨੂੰ ਕੁਛ ਨਾ ਕੁਛ ਚਾਹੀਦਾ, ਔਰ ਜਿਸ ਲਾਲਚ ਵਾਸਤੇ ਐਡਾ ਵੱਡਾ ਪਖੰਡ ਨਵਜੋਤ ਸਿੰਘ ਸਿੱਧੂ ਨੇ ਰਚਿਆ ਸੀ, ਉਸ ਪਖੰਡ ਦੇ ਜਿੱਦਾਂ ਮੱਖਣ ਚੋਂ ਵਾਲ ਕੱਢਦੇ ਆ, ਕਾਂਗਰਸ ਨੇ ਕੱਢ ਕੇ ਬਾਹਰ ਮਾਰਿਆ। ਅੱਜ ਭਾਵੇਂ ਵੱਖਰੀ ਗੱਲ ਹੈ ਵੀ ਉਹ ਫੋਕੀ ਸ਼ੋਹਰਤ ਵਾਸਤੇ ਇਹ ਜਾਣਦਾ ਹੋਇਆ ਵੀ ਮੈਨੂੰ ਕਿਸੇ ਨੇ ਢੋਈ ਨਹੀਂ ਦੇਣੀ, ਸਿਰਫ ਇਸ ਕਰਕੇ ਉਹ ਚਾਹੁੰਦਿਆਂ ਨਾ ਚਾਹੁੰਦਿਆਂ ਸਿਰਫ ਕਾਂਗਰਸ ਦਾ ਪ੍ਰਚਾਰ ਕਰ ਰਿਹਾ। ਔਰ ਉਹਦੀ ਘਰਵਾਲੀ ਔਰ ਉਹਦੀ ਕੁੜੀ ਚੰਨੀ ਦੇ ਉੱਤੇ ਇਹੋ ਜਿਹਾ ਤਣ ਜਿਹੜਾ ਉਹ ਸੁੱਟ ਰਹੇ ਨੇ ਜਿਹੜੇ ਬਰਦਾਸ਼ਤ ਦੇ ਯੋਗ ਨਹੀਂ ਹੈ। ਸੋ ਜਿਹੜੇ ਬੰਦੇ ਆਪਣੀ ਇਸ ਕਾਂਗਰਸ ਨੂੰ ਇੱਕ ਮੁੱਠ 'ਚ ਨਹੀਂ ਰੱਖ ਸਕੇ, ਇਕੱਠਿਆਂ ਨਹੀਂ ਕਰ ਸਕੇ, ਔਰ ਦੂਸਰੇ ਪਾਸੇ ਇਸ ਮਾਹੌਲ ਨੂੰ ਹਿੰਦੂ ਤੇ ਸਿੱਖਾਂ 'ਚ ਪਾੜਾ ਪਾਉਣ ਵਾਸਤੇ ਜਿਹੜਾ ਰੋਲ ਅੱਜ ਸੁਨੀਲ ਜਾਖੜ ਕਰ ਰਿਹਾ, ਉਹ ਸ਼ਾਇਦ ਪੰਜਾਬ ਦੀ ਸਰ ਜ਼ਮੀਨ ਦੇ ਵਿੱਚ ਦੁਬਾਰਾ ਜਿਹੜਾ ਉਹ ਜ਼ਹਿਰ ਘੋਲ ਲਿਆ। ਇੱਕ ਪੱਗ ਦਾ ਤੇ ਹਿਸਾਬ ਦਾ ਇੱਕ ਤਾਲਮੇਲ ਕਰ ਦੇਣਾ, ਇੱਕ ਸਾਡੀ ਇਸ ਜਿਹੜੀ ਸਦਭਾਵਨਾ ਇਹਨੂੰ ਬਹੁਤ ਵੱਡੀ ਸੱਟ ਹੈ। ਔਰ ਦੂਸਰੇ ਪਾਸੇ ਆਪਣੀ ਜ਼ਬਾਨ ਤੋਂ ਕਿਵੇਂ ਫਿਰਕਦੇ ਨੇ। ਇੱਕ ਦਿਨ ਤੇ ਕਹਿੰਦਾ ਮੈਂ ਸਿਆਸਤ ਛੱਡ ਦਿੱਤੀ, ਸੰਨਿਆਸ ਲੈ ਲਿਆ, ਔਰ ਦੂਸਰੇ ਪਾਸੇ ਚੰਨੀ ਦੇ ਹੱਕ 'ਚ ਜਾਂ ਕਾਂਗਰਸ ਦੇ ਹੱਕ ਦੇ ਵਿੱਚ ਉਹ ਇਦਾਂ ਦੀਆਂ ਬਿਆਨ ਦੇ ਰਿਹਾ ਜਿਹਦੇ ਨਾਲ ਪੰਜਾਬ ਦੇ ਅੰਦਰ ਇੱਕ ਹਿੰਦੂ ਤੇ ਸਿੱਖਾਂ ਦੀ ਲੜਾਈ ਜਿਹੜੀ ਹੋ ਸਕਦੀ ਆ, ਮੁਸਲਮਾਨਾਂ ਦੀ ਲੜਾਈ ਹੋ ਸਕਦੀ ਆ। ਔਰ ਪਿੱਛੇ ਨਹੀਂ ਰਿਹਾ ਸਾਡਾ ਰਣਵੀਰ ਬਿੱਟੂ, ਜਿਹਨੂੰ ਅਸੀਂ ਸੂਝਵਾਨ ਤੇ ਸਿਆਣਾ ਜਿਹੜਾ ਉਹ ਇੱਕ ਮਤਲਬ ਜਿਹੜਾ ਸਿਆਸਤਦਾਨ ਸਮਝਦੇ ਸੀ, ਇੱਕ ਚੰਗਾ ਸੰਸਦ ਮੈਂਬਰ ਸਮਝਦੇ ਸੀ, ਅੱਜ ਉਹ ਪੁੱਠੀਆਂ ਗੱਲਾਂ ਕਰਨ ਲੱਗ ਗਿਆ। ਅੱਜ ਉਹ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਇਹ ਧਮਕੀਆਂ ਭਰੇ ਗੱਲ ਕਰ ਰਿਹਾ। ਜੇ ਭਾਰਤ ਦਾ ਪ੍ਰਧਾਨ ਮੰਤਰੀ ਆਪਣੀ ਪਾਰਟੀ ਨੂੰ ਸੰਬੋਧਨ ਕਰ ਆ ਰਿਹਾ, ਤੇ ਜੇ ਪ੍ਰਿੰਕਾ ਗਾਂਧੀ ਆ ਸਕਦੀ ਹੈ, ਜੇ ਰਾਹੁਲ ਗਾਂਧੀ ਆ ਸਕਦਾ, ਤੇ ਜੇ ਨਾ ਰਾਹੁਲ ਗਾਂਧੀ ਕੋਈ ਪ੍ਰਧਾਨ ਹੈ, ਨਾ ਰਾਹੁਲ ਗਾਂਧੀ ਕੋਈ ਕਿਸੇ ਸੰਸਥਾ ਦਾ ਮੈਂਬਰ ਹੈ, ਔਰ ਨਾ ਹੀ ਪ੍ਰਿੰਕਾ ਗਾਂਧੀ ਕਿਸੇ ਵੀ ਇਹੋ ਜਿਹੀ ਸਦਨ ਦੀ ਕੋਈ ਮੈਂਬਰ ਹੈ, ਔਰ ਉਹ ਤੇ ਘੱਟੋ ਘੱਟ ਭਾਰਤ ਦਾ ਪ੍ਰਧਾਨ ਮੰਤਰੀ ਹੈ, ਔਰ ਜਿਹਨੂੰ ਰੋਕਣ ਵਾਸਤੇ ਦੂਜੀਆਂ ਜਥੇਬੰਦੀਆਂ ਨੂੰ ਉਸਕਾਉਣਾ ਔਰ ਕਹਿਣਾ ਵੀ ਪ੍ਰਧਾਨ ਮੰਤਰੀ ਜੀ ਸੜਕੀ ਰਸਤੇ 'ਚ ਨਾ ਆਇਓ, ਤੁਸੀਂ ਹਵਾਈ ਜਹਾਜ਼ ਰਾਹੀਂ ਆਇਓ। ਇਟ ਮੀਨਸ ਲੋਕਾਂ ਨੂੰ ਭੜਕਾਉਣ ਵੱਲ ਇਹ ਰਸਤਾ ਅਡਾਪਟ ਕਰ ਲਿਆ, ਔਰ ਨਾਲ ਨਾਲ ਚੰਨੀ ਨੂੰ ਕਲੀਨ ਚਿੱਟ ਦੇ ਦੇਣੀ। ਹਨੀ ਨੂੰ ਜਿਹਦੇ ਘਰੋਂ 10 ਕਰੋੜ ਰੁਪਈਆ ਬਰਾਮਦ ਹੋ ਗਿਆ ਹੋਵੇ, ਉਹ ਇੱਕ ਦਲਿਤ ਬੰਦਾ ਜਿੱਤੇ ਧੱਕਾ ਈਡੀ ਨੇ ਕੀਤਾ। ਇਹ ਬਿੱਟੂ ਕਹਿ ਰਿਹਾ, ਇਹ ਬਿੱਟੂ ਕਹਿ ਰਿਹਾ, ਬਿੱਟੂ ਜੀ ਤੁਹਾਡੇ ਘਰੋਂ ਤਾਂ ਨਹੀਂ ਪੈਸੇ ਆਏ ਹੀਗੇ। ਇੱਕ 10 ਰੁਪਏ ਕਿਸੇ ਬੰਦੇ ਕੋ ਚੋਰ ਕੋ ਫੜੇ ਜਾਣ 6 ਮਹੀਨੇ ਜੇਲ੍ਹ 'ਚ ਚਲੇ ਜਾਂਦਾ। ਇੱਕ ਬੰਦਾ 10 ਕਰੋੜ ਰੁਪਈਆ ਉਹਦੇ ਘਰੋਂ ਬਰਾਮਦ ਹੁੰਦਾ, ਜਿਹਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ, ਜਿਹਦੇ ਬਾਰੇ ਕੋਈ ਜਾਣਕਾਰੀ ਨਹੀਂ। ਔਰ ਸਾਡਾ ਇਹ ਬਿਊਰੋਕਰੇਟਸ, ਇਹ ਸਾਡੇ ਸਿਸਟਮ ਉਹਨਾਂ ਨੂੰ ਕਲੀਨ ਕਿੱਟ ਦੇ ਰਹੇ ਨੇ ਮਾਸੂਮ ਇਸ ਡਰ ਖਣੋ ਵੀ ਅਗਰ ਜੇਕਰ ਕੱਲ ਨੂੰ ਸੀਐਮ ਰੱਬ ਨਾ ਕਰੇ ਚਰਨਜੀਤ ਚੰਨੀ ਬਣ ਗਿਆ, ਤੇ ਜਿਹੜੀ ਸਾਡੀ ਇਹ ਰਿਪੋਰਟ ਹੈ ਇਹਦੇ ਕਰਕੇ ਸਾਡੀਆਂ ਕਿਤੇ ਤਬਾਦਲੇ ਨਾ ਹੋ ਜਾਣ, ਸਾਡੀਆਂ ਇਨਕੁਆਇਰੀਆਂ ਨਾ ਖੁੱਲ ਜਾਣ, ਇਸ ਡਰ ਖਣੋ। ਜੇ ਬਿਊਰੋਕਰੇਟਸ ਹੀ ਚੰਗੇ ਹੋਣ ਤੇ ਤਾਂ ਵੀ ਸਾਡੇ ਸਿਸਟਮ 'ਚ ਸੁਧਾਰ ਹੋ ਸਕਦਾ। ਕਾਰਨ ਇਹੀ ਹੈ ਕਿ ਅਸੀਂ ਕਿਸੇ ਨਾ ਕਿਸੇ ਦੇ ਬਿਊਰੋਕਰੇਟ ਜਿਹੜੇ ਨੇ ਕਿਸੇ ਨਾ ਕਿਸੇ ਸੰਸਥਾ ਦੇ, ਕਿਸੇ ਨਾ ਕਿਸੇ ਪਾਰਟੀ ਦੀ ਤਾਬਿਆਦਾਰੀ ਕਰਦੇ ਹਾਂ, ਔਰ ਇੱਕ ਤੋਂ ਸਾਫ਼ ਤਾਬਿਆਦਾਰੀ ਨਜ਼ਰ ਆਉਂਦੀ ਆ ਸਾਡੇ ਇਸ ਬਿਊਰੋਕਰੇਟ ਸਿਸਟਮ ਦੀ। ਸੋ ਕਹਿਣ ਦਾ ਮੇਰਾ ਮਤਲਬ ਅੱਜ ਨਵਜੋਤ ਸਿੰਘ ਸਿੱਧੂ ਆਪਣੇ ਉਸ ਪਲੇਟਫਾਰਮ ਤੋਂ ਥਿੜਕ ਗਿਆ, ਔਰ ਉਹਦਾ ਪਲੇਟਫਾਰਮ ਜਿਹੜਾ ਪੰਜਾਬ ਮਾਡਲ ਸੀ, ਉਸ ਪੰਜਾਬ ਮਾਡਲ ਨੂੰ ਕੀ ਗਰੰਟੀ ਹੈ ਕਿ ਚਰਨਜੀਤ ਚੰਨੀ ਜਿਹਦੀ ਸਟੇਜ ਦੇ ਉੱਤੇ ਤੁਸੀਂ ਬੇਇੱਜ਼ਤੀ ਕਰ ਦਿੱਤੀ ਹੋਵੇ, ਜਿਹੜਾ ਇਹ ਕਹਿ ਦਿੱਤਾ ਗਿਆ ਹੋਵੇ ਹਾਈ ਕਮਾਂਡ ਦੇ ਸਾਹਮਣੇ ਵੀ ਮੈਂ ਨਹੀਂ ਬੋਲਦਾ, ਚਰਨਜੀਤ ਚੰਨੀ ਨੂੰ ਬੁਲਾ ਲਓ। ਇਟ ਮੀਨਸ ਉਹਦੇ ਅੰਦਰ ਦਾ ਰੋਸ ਪ੍ਰਗਟ ਹੋ ਰਿਹਾ ਸੀ, ਗੁਬਾਰ ਸੀ, ਔਰ ਚੰਨੀ ਦੇ ਖਿਲਾਫ ਸੀ। ਔਰ ਚੰਨੀ ਕਿਵੇਂ ਤੁਹਾਡੇ ਪੰਜਾਬ ਦੇ ਜਿਹੜੇ ਉਹ ਮਾਡਲ ਹੈ ਉਹਨੂੰ ਐਕਸੈਪਟ ਕਰ ਲੈਣਗੇ। ਸੋ ਕਹਿਣ ਦਾ ਭਾਵ ਇਹ ਹੈ ਵੀ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਨੂੰ ਤੁਸੀਂ ਮੂਰਖ ਬਣਾਉਣ ਵੱਲ ਵਧੇ ਹੋ, ਔਰ ਸਾਡੇ ਲੋਕ ਮੂਰਖ ਬਣ ਰਹੇ ਨੇ, ਉਹ ਕਦੇ ਨਹੀਂ ਇਹ ਸੋਚਦੇ ਵੀ ਜਿਹੜੀ ਰਾਜ ਸੱਤਾ ਦੇ ਉੱਤੇ 5 ਸਾਲ ਕਾਂਗਰਸ ਨੇ ਰਾਜ ਕੀਤਾ, ਉਹ ਦੂਜੀਆਂ ਗੱਲਾਂ ਤੇ ਲੈਂਦੇ ਨੇ। ਸ਼੍ਰੋਮਣੀ ਅਕਾਲੀ ਦਲ ਨੇ
ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ 'ਚ ਸ਼ਾਮਲ ਸੀ, ਉਹਨਾਂ ਨੂੰ ਇਹ ਗੱਲ ਯਾਦ ਹੈ, ਪਰ ਉਹਨਾਂ ਨੂੰ ਇਹ ਗੱਲ ਯਾਦ ਨਹੀਂ ਕਦੀ ਆਈ ਵੀ 1984 ਦੇ ਦੰਗੇ ਸਾਡੇ ਪਿੱਠਾਂ ਤੇ ਹੰਢਾਏ ਅਸੀਂ। ਦਰਬਾਰ ਸਾਹਿਬ ਦੇ ਉੱਤੇ ਅਟੈਕ ਕਾਂਗਰਸ ਨੇ ਕੀਤਾ ਸੀ, ਕਾਂਗਰਸ ਦੇ ਆਗੂਆਂ ਨੇ ਕੀਤਾ ਸੀ। ਤੁਸੀਂ ਕਿਉਂ ਭੁੱਲ ਜਾਂਦੇ ਹੋ ਪੰਜਾਬ ਦੇ ਲੋਕੋ? ਇਸ ਗੱਲ ਨੂੰ ਯਾਦ ਰੱਖੋ। ਉਹ ਟੀਮ ਨੂੰ ਅਗਵਾਈ ਕਰੋ ਜਿਹੜੇ ਬੰਦਿਆਂ ਨੇ ਤੁਹਾਡੇ ਦੁੱਖ ਸੁੱਖ 'ਚ ਸ਼ਾਮਲ ਹੋਣਾ। ਇਹ ਸਾਰਿਆਂ ਬੰਦਿਆਂ ਦਾ ਰਾਜ ਤੁਸੀਂ ਦੇਖ ਚੁੱਕੇ ਹੋ। ਕੀ ਸੁਖਜਿੰਦਰ ਰਾਵੇ ਦਾ ਰਾਜ ਨਹੀਂ ਵੇਖਿਆ? ਕੀ ਪ੍ਰਤਾਪ ਬਾਜਵੇ ਦਾ ਨਹੀਂ ਵੇਖਿਆ? ਕੀ ਤੁਸੀਂ ਅੰਬਿਕਾ ਸੋਨੀ ਦਾ ਰੋਲ ਨਹੀਂ ਵੇਖਿਆ? ਜਾਂ ਤੁਸੀਂ ਕਿਤੇ ਗੁਰਜੀਤ ਰਾਣੀ ਵਰਗੇ ਜਾਂ ਜਿੰਨੇ ਪੰਜਾਬ ਦੇ ਹੋਰ ਆਗੂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਜਿਨ੍ਹਾਂ ਨੇ ਮਾਈਨਿੰਗ ਕੀਤੀ, ਸ਼ਰਾਬ ਦੇ ਮਾਫੀਏ ਨੇ, ਖੰਡ ਮਿੱਲਾਂ ਨੇ, ਜਿਨ੍ਹਾਂ ਦੇ ਬਹੁਤ ਵੱਡੀਆਂ ਡਿਸਟਿਲਰੀਆਂ ਨੇ, ਜਾਲੀ ਡਿਸਟਿਲਰੀਆਂ, ਉਹਨਾਂ ਨੂੰ ਵੀ ਜਿਹੜਾ ਉਹ ਪਟਿਆਲੇ ਦੇ ਵਿੱਚੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ਸਾਰੇ ਦੇ ਸਾਰੇ ਬੰਦੇ ਰਾਜਨੀਤਿਕ ਲੋਕ ਨੇ। ਇਹ ਸਾਰੇ ਦੇ ਸਾਰੇ ਬੰਦੇ ਕਾਂਗਰਸ ਦੇ ਨੇ। ਇਹਨਾਂ ਕਾਂਗਰਸ ਬੰਦਿਆਂ ਵਾਲੇ ਮੈਂ ਤਾਂ ਹੈਰਾਨ ਹੈ ਵੋਟਾਂ ਕਿਵੇਂ ਮੰਗ ਲੈਂਦੇ ਨੇ। ਇਹ ਪਿੰਡਾਂ ਜਾ ਕੇ ਫਿਰ ਅਗਲੇ 5 ਸਾਲ ਵਾਸਤੇ ਲੈਲ ਸਾਹਿਬ ਤੁਹਾਡੀ ਜਿੱਤ ਹੋਏਗੀ ਕਹਿੰਦੇ ਨੇ। ਲੈਲ ਸਾਹਿਬ ਪਤਾ ਕੀ ਹੋ ਰਿਹਾ ਹੁਣ? ਦੇਖੋ ਪਹਿਲਾਂ ਵਾਲਾ ਕੰਮ ਨਹੀਂ ਰਿਹਾ। ਹੁਣ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਕਾਂਗਰਸੀ ਉਮੀਦਵਾਰਾਂ ਦਾ। ਜਿਨ੍ਹਾਂ ਲੋਕਾਂ ਨੇ ਕੰਮ ਨਹੀਂ ਕੀਤਾ ਉਹਨਾਂ ਦੇ ਡਾਂਗਾਂ ਨਹੀਂ ਫਿਰ ਰਹੀਆਂ, ਲੇਕਿਨ ਲੋਕ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇ ਰਹੇ। ਸਭ ਤੋਂ ਵੱਧ ਬੁਰਾ ਹਾਲ ਸਾਧੂ ਸਿੰਘ ਧਰਮਸੋਤ ਦਾ। ਕੱਲ ਵੀ ਸਾਧੂ ਸਿੰਘ ਧਰਮਸੋਤ ਦਾ ਪੂਰਾ ਵਿਰੋਧ ਹੋਇਆ। ਪਿੰਡ ਵਾਲਿਆਂ ਨੇ ਬਣਨ ਨਹੀਂ ਦਿੱਤਾ ਪਿੰਡ, ਮੁੜ ਕੇ ਉਹਨੂੰ ਵਾਪਸ ਜਾਣਾ ਪੈ ਗਿਆ ਸਾਧੂ ਸਿੰਘ ਧਰਮਸੋਤ ਨੂੰ, ਕਿਉਂਕਿ ਸਕਾਲਰਸ਼ਿਪ ਦੇ ਜਿੰਨੇ ਪੈਸੇ ਸੀ ਇਹਨੇ ਖਾਧੇ ਨੇ ਜਾਂ ਕੈਪਟਨ ਨੇ ਮਿਲ ਕੇ ਖਾਧੇ ਨੇ। ਆਪਾਂ ਨੂੰ ਨਹੀਂ ਪਤਾ ਇਸ ਗੱਲ 'ਚ, ਨਾ ਕੋਈ ਸੱਚਾਈ ਸਾਹਮਣੇ ਆਈ ਹੈ, ਨਾ ਕੋਈ ਪ੍ਰਮਾਣ ਆਪਣੇ ਕੋਲੇ। ਲੇਕਿਨ ਇੱਕ ਗੱਲ ਤਾਂ ਜ਼ਰੂਰ ਹੈ ਕਿ ਵੋਟਰ ਹੁਣ ਜਾਗ ਪਿਆ। ਵੋਟਰ ਨੂੰ ਦੀ ਨੀਂਦ ਖੁੱਲ੍ਹ ਗਈ। ਦਾਰੂ ਪੀ ਕੇ, ਸ਼ਰਾਬ ਪੀ ਕੇ ਹੁਣ ਵੋਟਾਂ ਪੈਣ ਵਾਲੀ ਨਹੀਂ ਹੈਗੀਆਂ। ਮੈਂ ਬਹੁਤ ਸਾਰੇ ਸ਼ਰਾਬੀ ਵੋਟਰਾਂ ਨੂੰ ਵੀ ਮਿਲਿਆ ਹੈ ਨਾ ਪਿੰਡਾਂ ਵਿੱਚ ਜਾ ਕੇ। ਉਹ ਕਹਿੰਦੇ ਵੀ ਅਸੀਂ ਦਾਰੂ ਰੱਜ ਕੇ ਪੀਵਾਂਗੇ। ਬਿਲਕੁਲ ਪੀਵਾਂਗੇ, ਕਿਉਂ ਨਹੀਂ ਪੀਵਾਂਗੇ? ਅਸੀਂ ਅਕਾਲੀਆਂ ਦੀ ਵੀ ਪੀਵਾਂਗੇ, ਅਸੀਂ ਕਾਂਗਰਸੀਆਂ ਦੀ ਪੀਵਾਂਗੇ, ਪਰ ਵੋਟ ਇਸ ਵਾਰ ਝਾੜੂ ਨੂੰ ਪਾਵਾਂਗੇ। ਐਡਾ ਵੱਡਾ ਬਦਲਾਅ ਜਿਹੜਾ ਹੋਣ ਜਾ ਰਿਹਾ ਹੈ, ਐਡਾ ਵੱਡਾ ਜਿਹੜਾ ਰੈਵੋਲੂਸ਼ਨ ਹੋਣ ਜਾ ਰਿਹਾ ਹੈ। ਹੁਣ ਸ਼ੋਅ ਤੋਂ ਪਹਿਲਾਂ ਮੇਰੀ ਤੇ ਲਹਿਲ ਸਾਹਿਬ ਦੀ ਗੱਲ ਤੇ ਬਹਿਸ ਹੋ ਗਈ। ਇਹ ਕਹਿੰਦੇ ਵੀ ਮਜੀਠੀਆ ਜਿੱਤੂਗਾ। ਮੈਂ ਕਿਹਾ ਨਵਜੋਤ ਸਿੰਘ ਸਿੱਧੂ ਜਿੱਤੂਗਾ। ਮੈਂ ਸ਼ਰਤ ਲਾ ਲਓ ਭਾਈ, ਵੀ ਜੇ ਮਜੀਠੀਆ ਜਿੱਤ ਗਿਆ ਤੁਸੀਂ ਪਾਰਟੀ ਕਰਦੇ ਹੋ, ਨਵਜੋਤ ਜਿੱਤ ਗਿਆ ਤਾਂ ਮੈਂ ਪਾਰਟੀ ਕਰ ਦੂੰਗਾ। ਹੁਣ ਸਵਾਲ ਇੱਥੇ ਖੜਾ ਹੁੰਦਾ ਵੀ ਜਿੱਤ ਕੇ ਪੰਜਾਬ ਦਾ ਫਾਇਦਾ ਕੀ ਹੁੰਦਾ? ਲਹਿਲ ਸਾਹਿਬ ਨੇ ਇੱਕ ਬਹੁਤ ਸੋਹਣੀ ਗੱਲ ਕਹੀ। ਚੱਲ ਕਹਿੰਦਾ ਕੋਈ ਗੱਲ ਨਹੀਂ, ਸ਼ਰਤ ਆਪਾਂ ਲਾ ਲੈਂਦੇ ਹਾਂ ਵੀ ਜੇ ਤੂੰ ਜਿੱਤ ਗਿਆ ਤੂੰ ਦੇ ਦੀ, ਜਾਂ ਮੈਂ ਜਿੱਤ ਗਿਆ ਮੈਂ ਦੇ ਦੂੰ। ਪਰ ਚੱਕਰ ਇਹ ਹੈ ਵੀ ਸਾਡੀ ਪਾਰਟੀ ਕਰਨ ਦੇ ਨਾਲ ਜੇ ਪੰਜਾਬ ਦਾ ਭਲਾ ਹੁੰਦਾ ਤਾਂ ਅਸੀਂ ਇੱਕ ਛੱਡ 20 ਪਾਰਟੀਆਂ ਕਰਨ ਨੂੰ ਤਿਆਰ ਹਾਂ, 20 ਵਾਰ ਆਪਾਂ ਮਜਮੇ ਲਾਉਣ ਨੂੰ ਤਿਆਰ ਹਾਂ। ਪਰ ਰੌਲਾ ਇੱਥੇ ਹੋਇਆ ਪਿਆ ਇਹ ਜਿਹੜੇ ਪੰਜਾਬ ਮਾਡਲ, ਹੁਣ ਉਹ ਨਵਾਂ ਫੁਲਤਰਾ ਵੀ ਇਹ ਸੁਪਰ CM ਬਣਾ ਦਿਆਂਗੇ। ਹੁਣ ਸੁਪਰ CM ਦੀ ਕੀ ਪਰਿਭਾਸ਼ਾ ਹੈ? ਦੁਨੀਆ ਦੇ ਹਿੰਦੁਸਤਾਨ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਬੰਦਾ, ਕੋਈ ਡੈਲੀਗੇਟ ਆਇਆ ਕਰੂਗਾ ਜਾਂ ਕੋਈ ਫੈਕਟਰੀ ਲਾਉਣ ਵਾਸਤੇ ਆਇਆ ਕਰੂਗਾ ਤਾਂ ਉਹ ਕਹਿਣਗੇ ਵੀ ਹਮਨੇ ਆਪਕੇ ਮੁੱਖ ਮੰਤਰੀ ਸੇ ਮਿਲਣਾ ਹੈ। ਤਾਂ ਫਿਰ ਬਿੱਟੂ ਸਾਹਿਬ ਕਿਹਾ ਕਰਨਗੇ ਵੀ ਸੁਪਰ CM ਨੂੰ ਮਿਲਣਾ ਕਿ CM ਨੂੰ ਮਿਲਣਾ ਹੈ। ਪਹਿਲੀ ਗੱਲ ਤਾਂ ਉਹ ਕਨਫਿਊਜ਼ ਹੋ ਜਾ ਕਰਨਗੇ ਯਾਰ ਵੀ ਸੁਪਰ CM ਤੇ ਦੂਜਾ CM ਇਹ ਕਿਹੜੇ ਹੋਏ ਪੰਜਾਬ ਦੇ ਵਿੱਚ? ਉਹਨੇ ਕਿਹੜਾ ਵੀ ਸੁਪਰ CM ਨਵਜੋਤ ਸਿੰਘ ਸਿੱਧੂ ਹੈ ਜਿਹੜਾ ਟੀਟਣੇ ਮਾਰਦਾ ਹੈ, ਜਿਹੜਾ ਆਪਦੀ ਮਰਜ਼ੀ ਕਰਦਾ ਹੈ। ਇੱਕ ਚਰਨਜੀਤ ਸਿੰਘ ਚੰਨੀ ਆ, ਉਹ CM ਹੈ, ਉਹ ਹੱਥ ਬੰਨ ਕੇ ਲੋਕਾਂ ਦੇ ਕੰਮ ਕਰੀ ਜਾਂਦਾ ਹੈ ਔਰ ਚਿਕ ਚਕਾਈ ਵੀ ਲਈ ਜਾਂਦਾ। ਮੈਂ ਗਿੱਲ ਸਾਹਿਬ ਇੱਕ ਲੈਣਾ ਤੁਹਾਡੇ ਟਾਈਮ। ਹਾਂ ਜੀ, ਜਿਹੜੀ ਇਹ ਸੁਪਰ CM ਵਾਲੀ ਗੱਲ ਹੈ ਨਾ, ਇਹ ਤੋਂ ਪਿੱਛੇ ਚੱਲਦੇ ਆਪਾਂ। ਵੈਸੇ ਮੇਰੇ ਹਿਸਾਬ ਨਾਲ ਲਹਿਲ ਸਾਹਿਬ 1 ਮਿੰਟ ਦੇ ਦਿਓ। ਲਹਿਲ ਸਾਹਿਬ 10 ਸੈਕਿੰਡ ਦੇ ਦਿਓ ਮੈਨੂੰ। ਮੇਰੇ ਹਿਸਾਬ ਦੇ ਨਾਲ ਉਹ ਤਾਂ 9 ਸਪਾਈਡਰਮੈਨ ਰੱਖ ਦੇਣਾ ਚਾਹੀਦਾ ਸੀ ਵੀ ਛਾਲਾ ਮਾਰ ਕੇ ਕਦੇ ਐਂ ਜੇ ਕਰਕੇ ਐ ਭੱਜ ਕਦੇ ਠੋਕੋ ਤਾਂ। ਇਹਦੀਆਂ ਪਾਵਰਾਂ ਦੀ ਗੱਲ ਕਰਨ ਲੱਗਾ ਮੈਂ। ਇਹ ਤੋਂ ਪਿੱਛੇ ਚੱਲਦੇ ਆਪਾਂ ਅਕਾਲੀ ਦਲ ਦੇ ਵੇਲੇ ਜੀ। ਜਦੋਂ ਅਕਾਲੀ ਦਲ ਦੀ ਸਰਕਾਰ ਆਈ, ਇਹ ਸਭ ਤੋਂ ਪਹਿਲਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਵੀ ਹਿੰਦੁਸਤਾਨ ਦੇ ਅੰਦਰ ਖਾਸ ਕਰਕੇ ਪੰਜਾਬ ਨੂੰ ਲੈ ਲੈਂਦੇ ਆ, ਪੰਜਾਬ ਦੇ ਅੰਦਰ ਡਿਪਟੀ CM ਦਾ ਕੋਈ ਅਹੁਦਾ ਨਹੀਂ ਸੀ ਹੁੰਦਾ। ਕੋਈ ਅਹੁਦਾ ਨਹੀਂ ਸੀ ਹੁੰਦਾ। ਇਹ ਕਦੋਂ ਸ਼ੁਰੂ ਹੋਇਆ? ਇਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਬਾਦਲ ਦੀ ਹਕੂਮਤ ਸੀ ਜੀ, ਤੇ ਬਾਦਲ ਨੂੰ ਇਹ ਡਰ ਪੈਦਾ ਹੋ ਗਿਆ ਸੀ ਆਪਣਿਆਂ ਤੋਂ ਵੀ ਇਹ ਮੈਨੂੰ ਕਿਤੇ ਨਾ ਕਿਤੇ ਉਤਾਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਉਸ ਵੇਲੇ ਸੁਖਬੀਰ ਬਾਦਲ ਦੇ ਉੱਤੇ ਡਿਪਟੀ CM ਬਣਾਉਣ ਦਾ ਇੱਕ ਜਿਹੜਾ ਸੀਗਾ ਉਹ ਰੱਖਿਆ ਗਿਆ ਸੀ ਵੀ ਇਹ ਕਾਰੋਬਾਰ ਡਿਪਟੀ CM ਚਲਾਏਗਾ। ਜਦੋਂ ਕਿ ਡਿਪਟੀ CM ਦੀਆਂ ਕੋਈ ਪਾਵਰਸ ਨਹੀਂ ਹੈ, ਉਹਦੇ ਕੋਲੇ ਕੋਈ ਪਾਵਰਸ ਨਹੀਂ ਹੈ। ਡਿਪਟੀ CM ਦਾ ਅਹੁਦਾ ਸਿਰਫ ਬਿਨਾਂ ਵਜ੍ਹਾ, ਜਿਹਨੂੰ ਇੰਡਕਸ਼ਨ ਪੋਸਟ ਕਹਿ ਦਿੰਦੇ ਆ, 2 ਪੋਸਟਾਂ ਦੇ ਵਿਚਕਾਰ ਕੈਬਨਿਟ ਮੰਤਰੀ ਔਰ ਮੁੱਖ ਮੰਤਰੀ ਦੇ ਵਿਚਕਾਰ ਇੱਕ ਡਿਪਟੀ CM ਉਹਦੇ ਮਨ ਨੂੰ ਹੌਸਲਾ ਦੇਣ ਵਾਸਤੇ, ਮੈਂ ਉਪ ਮੁੱਖ ਮੰਤਰੀ, ਉਹਨੂੰ ਟੁੱਟਣ ਤੋਂ ਬਚਾਉਣ ਲਈ
ਸਿਰਫ ਤੇ ਸਿਰਫ ਇਦਾਂ ਦਾ ਜਿਹੜਾ ਇਹ ਅਹੁਦਾ ਕ੍ਰੀਏਟ ਕੀਤਾ ਗਿਆ ਸੀ, ਪਰ ਉਹਦੀ ਪਾਵਰਸ ਕੁਛ ਨਹੀਂ। ਇਸੇ ਤਰ੍ਹਾਂ ਜਿਹੜਾ ਇਹ ਹੁਣ ਦੁਬਾਰਾ ਇਹਨਾਂ ਨੇ ਇਹ ਗੱਲ ਕਹੀ ਹੈ ਨਾ ਵੀ ਸੁਪਰ ਸੀਐਮ, ਇਹ ਕਿਸੇ ਪਾਲਿਸੀ 'ਚ ਨਹੀਂ ਆਉਂਦਾ, ਨਾ ਹੀ ਕਾਂਗਰਸ ਦੇ ਆਉਂਦਾ। ਕਾਂਗਰਸ ਦੀ ਹਾਈ ਕਮਾਂਡ ਨੂੰ ਸ਼ਾਇਦ ਬਿੱਟੂ ਨੇ ਪੁੱਛਿਆ ਹੀ ਨਹੀਂ। ਇਹ ਸਿਰਫ ਗੱਡੀ ਚਲਾਉਂਦਿਆਂ ਮਨ 'ਚ ਇੱਕ ਨੁਕਤਾ ਆ ਗਿਆ ਵੀ ਕਿਉਂ ਨੇ ਇੱਕ ਸ਼ੋਸ਼ਾ ਛੱਡਤਾ ਜਾਵੇ ਇਹਦੇ ਨਵਜੋਤ ਸਿੰਘ ਸਿੱਧੂ ਵਾਸਤੇ, ਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਇਹਦਾ ਪਤਾ ਹੋਵੇ ਵੀ ਸੁਪਰ ਸੀਐਮ ਹੁੰਦਾ ਕੌਣ ਆ, ਇਹਦੀ ਪਾਵਰ ਕੀ ਹੈ, ਇਹ ਕਿਵੇਂ ਚਲਾਊਗਾ। ਇਹ ਤਾਂ ਮੰਨਿਆ ਜਾ ਸਕਦਾ ਸੀ ਵੀ 6-6 ਮਹੀਨੇ ਵਾਸਤੇ ਸੀਐਮ ਬਣ ਸਕਦਾ, ਪ੍ਰੋਵੀਜ਼ਨ ਹੈ 6-6 ਮਹੀਨੇ, ਪਰ ਚਲਾਕ ਬੰਦੇ ਜਿਹੜੇ ਨੇ ਉਹ 6 ਮਹੀਨੇ ਬਾਅਦ ਆਪਣਾ ਰਿਜ਼ਾਈਨ ਨਹੀਂ ਦਿੰਦੇ। ਇਹ ਪ੍ਰੈਕਟਿਸ ਕਾਂਗਰਸ ਨੇ ਕਰਕੇ ਵੇਖ ਲਈ ਹੈ। ਸੋ ਕਹਿਣ ਦਾ ਭਾਵ ਗਿੱਲ ਸਾਹਿਬ ਇਹ ਹੈ, ਇਹ ਕੋਈ ਪੋਸਟਾਂ ਨਹੀਂ ਹੈ, ਇਹ ਤਾਂ ਸਿਰਫ ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਹੈ ਤੇ ਉਸ ਬੰਦੇ ਨੂੰ ਟੁੱਟਣ ਤੋਂ ਬਚਾਉਣ ਵਾਲੀ ਗੱਲ ਹੈ ਵੀ ਤੈਨੂੰ ਇਹ ਵੀ ਦੇ ਦਿਆਂਗੇ, ਤੂੰ ਸੀਐਮ ਤੋਂ ਉੱਪਰ ਹੀ ਹੈ। ਜਿਵੇਂ ਆਮ ਕਹਿ ਦਿੰਦੇ ਨਾ ਘਰਾਂ ਦੇ ਅੰਦਰ, ਉਹ ਫੁੱਫੜ ਵਿਆਹ 'ਚ ਨਾ ਆਵੇ ਜਾਂ ਕੋਈ ਨਾ ਆਵੇ, ਉਹ ਫੁੱਫੜਾ ਤੂੰ ਤੇ ਸਾਰਿਆਂ ਨੂੰ ਉੱਚਾ, ਇਹ ਮਾਮੇ ਮੂਮੇ ਤੈਵੇਂ ਤੁਰੇ ਫਿਰਦੇ ਨੇ, ਅਸਲ 'ਚ ਫੁੱਫੜ ਤੇ ਤੂੰ ਆ। ਇਹ ਤਾਂ ਸਿਰਫ ਫੁੱਫੜ ਨੂੰ ਮਨਾਉਣ ਵਾਲਾ ਕੰਮ ਹੈ। ਪਰ ਕੋਈ ਵੀ ਪਾਰਟੀ, ਗਿੱਲ ਸਾਹਿਬ ਪਹਿਲੀ ਗੱਲ ਤੇ ਨੋਟ ਕਰ ਲਓ, ਕਿਸੇ ਦਾ ਵੀ ਸਿਧਾਂਤ ਨਹੀਂ ਹੈ। ਖਾਸ ਕਰਕੇ ਕਾਂਗਰਸ ਨੂੰ ਆਪਾਂ ਕਹਿ ਦਿੰਦੇ ਵੀ ਇਹ ਰਾਸ਼ਟਰੀ ਪਾਰਟੀ ਹੈ, ਨੈਸ਼ਨਲ ਪਾਰਟੀ ਹੈ, ਇਹਦੇ ਕੁਝ ਮਤਲਬ ਜਿਹੜੇ ਸਟੈਂਡਰਡ ਹੈ, ਇਹਦੇ ਅੰਦਰ ਕੁਛ ਨਾ ਕੁਛ ਇਹਨਾਂ ਦੀਆਂ ਪਾਲਿਸੀਜ਼ ਹੈ, ਇਹ ਕਿਸੇ ਨੀਤੀ ਤੇ ਚੱਲਦੇ ਨੇ। ਕਿਉਂਕਿ ਭਾਰਤ ਦੀ ਸਾਰੀ ਜਿਹੜੀ ਨੀਤੀ ਹੈ ਹਰ ਥਾਂ ਦੇ ਉੱਤੇ ਕਾਂਗਰਸ ਆ, ਤੇ ਉਹ ਨੀਤੀ ਜਿਹੜੀ ਹੈ ਇੱਕ ਦੂਜੇ ਸਟੇਟ ਦੇ ਨਾਲ ਮੇਲ ਖਾਂਦੀ ਹੈ। ਵੱਖਰੀ ਗੱਲ ਹੈ ਵੀ ਮੰਗਾਂ ਡਿਫਰ ਹੋ ਸਕਦੀਆਂ ਪਰ ਪਾਲਿਸੀ ਇੱਕ ਹੈ। ਪਰ ਅੱਜ ਤੱਕ ਕਾਂਗਰਸ ਆਪਣੀ ਉਸ ਸਿਧਾਂਤ ਤੋਂ ਗਿਰ ਚੁੱਕੀ ਹੈ। ਕੋਈ ਸਿਧਾਂਤ ਨਹੀਂ ਹੈ, ਕੋਈ ਕਿਸੇ ਗੱਲ ਦੀ ਨਹੀਂ ਹੈ। ਪਿੱਛੇ ਇੱਕ ਗੱਲ ਮੈਂ ਹੋਰ ਕਰਨੀ ਚਾਹਾਂਗਾ, ਇੱਕ ਸਿਧਾਂਤ ਸੀ ਇਹਨਾਂ ਦਾ, ਕਾਂਗਰਸ ਦਾ, ਵੀ ਜਿਹੜੇ ਵੀ ਚੋਣਾਂ ਦੇ ਦੌਰਾਨ ਜਿਨ੍ਹਾਂ ਬੰਦਿਆਂ ਨੂੰ ਸੀਟਾਂ ਟਿਕਟਾਂ ਦੇ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਅਗਰ ਕੋਈ ਕਾਂਗਰਸ ਦੇ ਖਿਲਾਫ ਬਗਾਵਤ ਕਰੇਗਾ ਤੇ 6 ਸਾਲ ਵਾਸਤੇ ਉਹਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਏਗਾ ਜੀ। ਸ਼ਾਇਦ ਤੁਸੀਂ ਅਖਬਾਰਾਂ ਪੜ੍ਹਦੇ ਰਹੇ ਹੋ, ਟੀਵੀ ਚੈਨਲ ਵੇਖਦੇ ਰਹੇ ਹੋ, 2017 ਦੀਆਂ ਚੋਣਾਂ ਤੱਕ ਤੁਹਾਨੂੰ ਪਤਾ ਹੋਏਗਾ ਜੇ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਕੋਈ ਇੱਕ ਟਿਕਟ ਅਨਾਉਂਸ ਹੋਣ ਤੋਂ ਬਾਅਦ ਉਹਦੇ ਖਿਲਾਫ ਕੋਈ ਬਗਾਵਤ ਕਰਦਾ ਸੀ ਤੇ ਉਸ ਬੰਦੇ ਨੂੰ 6 ਸਾਲ ਦੀ ਕੱਢ ਦਿੱਤਾ ਜਾਂਦਾ ਸੀ। ਅਗਰ ਕਾਂਗਰਸ ਦਾ ਕੈਂਡੀਡੇਟ ਜਿਹਦੀ ਅਨਾਉਂਸਮੈਂਟ ਹੋ ਜਾਂਦੀ ਸੀ ਟਿਕਟ ਦੀ, ਉਹਨੂੰ ਜਾਬਤੇ 'ਚ ਰਹਿ ਕੇ ਕੰਮ ਕਰਨ ਦੀ ਜਿਹੜੀ ਹਦਾਇਤ ਹੁੰਦੀ ਸੀ, ਔਰ ਜਿਹੜਾ ਬੰਦਾ ਉਹਦਾ ਵਿਰੋਧ ਕਰਦਾ ਸੀ ਉਹਨੂੰ 6 ਸਾਲ ਵਾਸਤੇ ਕੱਢ ਦਿੱਤਾ ਜਾਂਦਾ ਸੀ, ਭਾਵੇਂ ਅਗਲੇ ਦਿਨ ਹੀ ਫੇਰ ਲੈ ਲੈਣ। ਪਰ ਇੱਕ ਸਿਧਾਂਤ ਸੀ। ਪਰ ਅੱਜ ਉਹ ਸਿਧਾਂਤ ਜਿਹੜਾ ਅੱਖਾਂ ਮੀਟ ਗਿਆ। ਅੱਜ ਇੰਨੇ ਬੰਦੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚਲ ਗਏ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਛੱਡ ਕੇ ਅਕਾਲੀ ਦਲ 'ਚ ਚਲੇ ਗਏ, ਅਕਾਲੀ ਦਲ ਵਾਲੇ ਛੱਡ ਕੇ ਭਾਜਪਾ 'ਚ ਜਾ ਵੜੇ। ਇਹਦਾ ਕਹਿਣ ਦਾ ਭਾਵ ਇਹਨਾਂ ਸਾਰੀਆਂ ਰਾਜਸੀ ਪਾਰਟੀਆਂ ਦਾ ਕਿਤੇ ਵੀ ਸਿਧਾਂਤ ਨਹੀਂ, ਕਿਸੇ ਵੀ ਕੁਛ ਨਹੀਂ। ਇਹ ਅਣਸਿਧਾਂਤ ਦੇ ਤੌਰ ਤੇ ਹੀ ਇਹਨਾਂ ਨੇ ਇੱਕ ਹੁਣ ਘਰ ਲੱਭ ਲਿਆ ਭਾਜਪਾ, ਵੀ ਜਦੋਂ ਕਿਤੇ ਢੋਈ ਨਹੀਂ ਮਿਲੀ ਤੇ ਹੁਣ ਇਹਨਾਂ ਨੂੰ ਨਜ਼ਰ ਆ ਗਈ ਵੀ ਭਾਜਪਾ ਪੰਜਾਬ ਦੇ ਅੰਦਰ ਆਪਣਾ ਵਿਕਾਸ ਕਰਨ ਜਾ ਰਹੀ ਹੈ। ਪੰਜਾਬ ਦੇ ਅੰਦਰ ਕੋਈ ਨਾ ਕੁਝ ਨਵਾਂ ਹੋਣ ਜਾ ਰਿਹਾ। ਅੱਜ ਬਹੁਤ ਵੱਡਾ ਜਿਹੜਾ ਬਲ ਹੈ ਇਹਨਾਂ ਗੱਲਾਂ ਨਾਲ, ਕਿਉਂਕਿ ਰਾਧਾ ਸੁਆਮੀ ਸਤਸੰਗ ਭਵਨ ਵਾਲਿਆਂ ਦੇ ਨਿਰੰਕਾਰੀ ਮਿਸ਼ਨ ਦੇ ਜਿਹੜੇ ਰਾਧਾ ਸੁਆਮੀ ਮਿਸ਼ਨ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਨੇ ਜਾ ਕੇ ਨਮਸਕਾਰ ਕੀਤਾ। ਔਰ ਇਹ ਇੱਥੋਂ ਤੱਕ ਸਾਡੇ ਰਾਜਨੀਤਿਕ ਜਿਹੜੇ ਆਗੂ ਨੇ ਗਿਰ ਜਾਂਦੇ ਨੇ, ਉਹ ਅੱਗਾ ਨਹੀਂ ਵੇਖਦੇ, ਪਿੱਛਾ ਨਹੀਂ ਵੇਖਦੇ, ਕੁਝ ਨਹੀਂ ਵੇਖਦੇ, ਡੇਰਿਆਂ ਤੇ ਜਾ ਕੇ ਨਮਸਕਾਰ ਕਰਨਾ ਸ਼ੁਰੂ ਕਰ ਦਿੰਦੇ ਨੇ, ਕਦੇ ਹਵਨ ਕਰਾਉਂਦੇ ਨੇ। ਔਰ ਇਹਨਾਂ ਗੱਲਾਂ ਨਾਲ ਇਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਬਲ ਮਿਲੇਗਾ। ਅੱਜ ਅਖਬਾਰਾਂ ਦੀਆਂ ਵੀ ਖਬਰਾਂ ਸੀ ਵੀ ਰਾਧਾ ਸੁਆਮੀ ਜਿਹੜੇ ਮਤਲਬ ਜਿਹੜੇ ਸੰਪਰਦਾਇ ਵਾਲੇ ਨੇ, ਉਹਨਾਂ ਦੇ ਮੁਖੀ ਨੂੰ ਮਿਲਣ ਤੋਂ ਬਾਅਦ ਭਾਜਪਾ ਨੂੰ ਬਹੁਤ ਵੱਡਾ ਸਮਰਥਨ ਮਿਲਿਆ। ਲਹਿਰ ਸਾਹਿਬ ਤੁਹਾਡੀ ਨਾ ਵਿੱਚੇ ਗੱਲ ਘਟਦਾ ਮੈਂ ਜੀ, ਇਹ ਗੱਲ ਨਾ ਹੁਣ ਇਹ ਲਾਗੂ ਨਹੀਂ ਹੁੰਦੀ ਪੰਜਾਬ ਦੇ ਵਿੱਚ ਗੱਲ, ਜੀ ਇਹ ਗੱਲ ਯਾਦ ਰੱਖਣ ਜੀ। ਸਰਸੇ ਵਾਲਾ ਬਾਹਰ ਕੱਢਤਾ, ਇਹ ਸੋਚਦੇ ਨੇ ਕਿ 47 ਲੱਖ ਵੋਟ ਭਾਜਪਾ ਨੂੰ ਪੈ ਗਈ, ਇਹ ਰੋਂਗ ਹੈ, ਗਲਤ ਹੈ। ਬਿਲਕੁਲ। ਰਾਧਾ ਸੁਆਮੀਆਂ ਦੇ ਕੋਲੇ, ਮੁਖੀ ਦੇ ਕੋਲੇ ਨਰਿੰਦਰ ਮੋਦੀ ਨਮਸਕਾਰ ਕਰਨ ਚਲਾ ਗਿਆ, ਕਹਿੰਦੇ ਲੱਖਾਂ ਵੋਟਾਂ ਨੇ ਰਾਧਾ ਸੁਆਮੀਆਂ ਦੀਆਂ, ਉਹ ਵੋਟਾਂ ਮੋਦੀ ਨੂੰ ਪੈਣਗੀਆਂ, ਇਹ ਵੀ ਗਲਤ ਹੈ। ਅੱਜ ਤਾਂ ਬਿਲਕੁਲ ਨਹੀਂ ਹੋਣਾ। ਕਾਰਨ ਕੀ ਹੈ? ਪੰਜਾਬ ਦੀ ਆਵਾਮ ਨੇ ਡਾਂਗ ਚੱਕ ਲਈ ਸੀ, ਪੰਜਾਬ ਦੀ ਆਵਾਮ ਜਾਗ ਪਈ। ਪੰਜਾਬ ਦੀ ਆਵਾਮ ਹੁਣ ਡੇਰਿਆਂ ਦੇ ਮਗਰ ਨਹੀਂ ਹੈਗੀ। ਪੰਜਾਬ ਦੀ ਆਵਾਮ ਨੇ ਆਪਣਾ ਸੋਚਣਾ ਸ਼ੁਰੂ ਕਰਤਾ ਕਿ ਸਾਡੀ ਪ੍ਰੋਗਰੈਸ ਕਿਵੇਂ ਹੋ ਸਕਦੀ ਹੈ। ਅੱਗੇ ਹੁੰਦਾ ਸੀ ਵੀ ਕੀ ਬਾਬਾ ਜੀ ਕੀ ਕਹਿੰਦੇ ਨੇ,
ਡੇਰੇ ਵਾਲੇ ਕੀ ਕਹਿੰਦੇ ਨੇ ਵੀ ਚਲੋ ਯਾਰ ਉੱਥੇ ਵੋਟਾਂ ਪਾ ਦਈਏ। ਪਰ ਹੁਣ ਲੋਕਾਂ ਨੂੰ ਇਹ ਸਮਝ ਆ ਗਈ ਵੀ ਜਿਹੜੇ ਇਹ ਲੋਕ ਨੇ, ਜਿਹੜੇ ਇਹ ਧਾਰਮਿਕ ਆਗੂ ਨੇ, ਇਹ ਸਾਨੂੰ ਯੂਜ਼ ਕਰ ਰਹੇ ਨੇ ਇੱਕ ਅਨਾਉਂਸਮੈਂਟ ਕਰਕੇ ਵੀ ਤੁਸੀਂ ਜੀ ਸਮਰਥਨ ਕਰਦੇ ਹੋ ਇਹਨਾਂ ਦਾ, ਇਹ ਸਾਡੀਆਂ ਵੋਟਾਂ ਦਾ ਗਲਤ ਦੁਰਪਯੋਗ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਵੀ ਇਹੀ ਕਰਦਾ ਆਇਆ ਹੁਣ ਤੱਕ, ਡੇਰਿਆਂ 'ਚ ਬਹਿੰਦਾ ਆਇਆ। ਕਾਂਗਰਸ ਵੀ ਇਹੀ ਕਰਦੀ ਆਈ ਹੈ, ਆਮ ਆਦਮੀ ਪਾਰਟੀ ਵਾਲੇ ਵੀ ਗਏ ਨੇ। ਇਹ ਗੱਲ ਨਹੀਂ ਕਿ ਆਮ ਆਦਮੀ ਪਾਰਟੀ ਵਾਲੇ ਦੁੱਧ ਧੋਤੇ ਨੇ ਵੀ ਇਹ ਚੱਟੇ ਬਗਲੇ ਨੇ, ਵੀ ਇਹ ਕਿਤੇ ਡੇਰਿਆਂ ਵਿੱਚ ਗਏ ਨਹੀਂ ਜਾਂ ਗੁਰੂ ਘਰਾਂ ਵਿੱਚ ਗਏ ਨਹੀਂ, ਇਹ ਵੀ ਜਾਂਦੇ ਨੇ। ਅਮਿਤ ਸ਼ਾਹ ਨੇ ਵੀ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨਾਲ ਮੀਟਿੰਗ ਕਰ ਲਈ। ਤੁਸੀਂ ਇੱਕ ਗੱਲ ਦੇਖੋ, ਇਹ ਲੀਡਰ ਕਿਸ ਹੱਦ ਤੱਕ ਗਿਰ ਗਏ ਵੀ ਪਹਿਲਾਂ ਕਦੇ ਇਹਨੂੰ ਜਥੇਦਾਰ ਯਾਦ ਨਹੀਂ ਆਇਆ। ਬਿਲਕੁਲ ਜੀ ਬਿਲਕੁਲ। ਪਹਿਲਾਂ ਨਰਿੰਦਰ ਮੋਦੀ ਸਾਹਿਬ ਨੂੰ ਕਦੇ ਆਪਣਾ ਡੇਰਾ ਬਿਆਸ ਕਦੇ ਯਾਦ ਨਹੀਂ ਆਇਆ, ਜਾਂ ਨਰਿੰਦਰ ਮੋਦੀ ਸਾਹਿਬ ਨੂੰ ਪਹਿਲਾਂ ਕਿਤੇ ਸਰਸੇ ਵਾਲਾ ਬਾਬਾ ਯਾਦ ਨਹੀਂ ਆਇਆ ਵੀ ਇਹਨੂੰ ਵੀ ਜੇਲ੍ਹ 'ਚ ਛੱਡਣਾ। ਲੈ ਤੁਸੀਂ ਇੱਕ ਗੱਲ ਦੇਖ ਲਿਓ ਵੀ ਜੇ ਪੰਜਾਬ ਦੇ ਵਿੱਚ BJP ਦਾ ਹਸ਼ਰ ਮਾੜਾ ਹੁੰਦਾ, ਬਾਬਾ ਫੇਰ ਅੰਦਰ ਚੱਕ ਕੇ ਫੇਰ ਅੰਦਰ ਦੇ ਦੇਣਾ ਇਹਨਾਂ ਨੇ, ਬਾਬਾ ਫੇਰ ਨਹੀਂ 5 ਸਾਲ ਬਾਹਰ ਆਉਂਦਾ। ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਜਿਹੜਾ ਯੂਜ਼ ਐਂਡ ਥਰੋ ਵਾਲੀ ਨੀਤੀ ਹੈ ਨਾ ਪੰਜਾਬ ਦੇ ਵਿੱਚ, ਜਿਹੜੇ ਲੀਡਰ ਕਰਦੇ ਨੇ, ਅੱਜ ਹਰ ਲੀਡਰ ਦੇ ਘਰ ਦੇ ਵਿੱਚ ਪਰੌਂਠੇ ਪੱਕ ਰਹੇ ਨੇ। ਅੱਜ ਹਰ ਲੀਡਰ ਦੇ ਆਪਣਾ ਜਿੱਥੇ ਉਹਨਾਂ ਨੇ ਦਫ਼ਤਰ ਬਣਾਏ ਹੋਏ ਨੇ ਦੂਰ ਦਰਾਡੇ, ਹੈ ਨਾ, ਲੰਗਰ ਲੱਗੇ ਪਏ ਨੇ, ਲੰਗਰ ਲੱਗੇ ਪਏ ਨੇ, ਦਾਰੂਆਂ ਦੇ ਲੰਗਰ ਲੱਗੇ ਪਏ ਨੇ, ਰਾਤ ਨੂੰ ਮੁਰਗਿਆਂ ਦੇ ਦੌਰ ਚੱਲਦੇ ਨੇ, ਸਿਨਿਓਰਟੀ ਵਾਈਜ਼ ਪਾਰਟੀ ਚੱਲਦੀ ਹੈ ਵੀ ਜਿਹੜੇ ਵਧੀਆ ਬੰਦੇ ਨੇ ਉਹਨਾਂ ਨੂੰ ਹੋਟਲਾਂ ਵਿੱਚ ਪਾਰਟੀ ਦਿੰਦੇ ਨੇ, ਜਿਹੜਾ ਮਾੜਾ ਬੰਦਾ ਉਹਨੂੰ ਘਰੇ ਪਿਆਈ ਜਾਂਦੇ ਨੇ। ਔਰ ਲੀਡਰਾਂ ਨੇ ਨਾ ਬਹੁਤ ਵਧੀਆ ਇੱਕ ਚੀਜ਼ ਕੀਤੀ ਹੋਈ ਹੈ ਦੋਸਤੋ। ਅਸੀਂ ਨਾ ਸੁਣੀ ਸੁਣਾਈ ਗੱਲ ਨਹੀਂ ਕਰ ਰਹੇ, ਅਸੀਂ ਪੱਤਰਕਾਰ ਹਾਂ, ਅਸੀਂ ਡੇਲੀ ਵਿਚਰਦੇ ਹਾਂ ਇਹਨਾਂ ਲੋਕਾਂ ਦੇ ਵਿੱਚ। ਇਹ ਗੱਲ ਨਹੀਂ ਕਿ ਦਾਰੂ ਅਸੀਂ ਨਹੀਂ ਪੀ ਕੇ ਆਉਂਦੇ, ਅਸੀਂ ਵੀ ਪੀ ਕੇ ਆਉਂਦੇ ਹਾਂ, ਤੁਹਾਨੂੰ ਮੈਂ ਝੂਠ ਨਹੀਂ ਮਾਰਦੇ। ਅਸੀਂ ਵੀ ਪੈਗ ਸ਼ੈਗ ਲਾ ਲਈਦਾ ਹੈ ਨਾ ਉਹਨਾਂ ਕੋਲ ਜਾ ਕੇ। ਇਹਨਾਂ ਨੇ ਕੀ ਕਰਦੇ ਨੇ, ਇਹਨਾਂ ਨੇ ਆਪਣੇ ਪਿਆਦੇ ਛੱਡੇ ਹੋਏ ਨੇ, ਠੀਕ ਹੈ, ਉਹ ਪਿਆਦੇ ਹੀ ਦਾਰੂ ਭੁਗਤਾਉਂਦੇ ਨੇ, ਪਿਆਦੇ ਹੀ ਪਾਰਟੀਆਂ ਕਰਦੇ ਨੇ, ਉਹ ਤੇ ਲੀਡਰ ਨਹੀਂ ਆਉਂਦੇ, ਉਹ ਤੇ ਲੀਡਰ ਮਿਲ ਨਹੀਂ ਜਾਂਦੇ ਜਿਹੜਾ ਵੋਟਾਂ 'ਚ ਖੜਾ ਹੁੰਦਾ। ਕਾਰਨ ਕਿ ਜੋ ਖੜਾ ਹੋ ਗਿਆ, ਕਿਸੇ ਨੇ ਵੀਡੀਓ ਬਣਾ ਲਈ, ਕਿਸੇ ਨੇ ਮੂਵੀ ਬਣਾ ਲਈ, ਫਿਰ ਤਾਂ ਚੋਣ ਕਮਿਸ਼ਨ ਕੋਲ ਗੱਲ ਹੀ ਪਹੁੰਚ ਗਈ ਵੀ ਦਾਰੂ ਪਿਆ ਰਹੇ ਨੇ। ਇਹ ਨਹੀਂ ਆਉਂਦੇ, ਇਹ ਅਰੇਂਜਮੈਂਟ ਕਰਦੇ, ਅਰੇਂਜਰ ਨੇ, ਇਹਨਾਂ ਨੇ ਦਲਾਲ ਰੱਖੇ ਹੋਏ ਨੇ ਵਿੱਚ। ਉਹ ਦਲਾਲ ਜਿਹੜੇ ਨੇ ਇੱਕ ਪੁਲ ਦਾ ਕੰਮ ਕਰਦੇ ਨੇ ਪੋਲੀਟੀਸ਼ੀਅਨ ਦੇ ਵਿੱਚ ਔਰ ਵੋਟਰਾਂ ਦੇ ਵਿਚਾਲੇ, ਇੱਕ ਬੰਨ ਦਾ ਕੰਮ ਕਰਦੇ ਨੇ। ਉਹੀ ਵੋਟਾਂ ਦੀ ਖਰੀਦੋ ਫਰੋਖਤ ਕਰਦੇ ਨੇ। ਜਿਹਨੂੰ ਲੋੜ ਹੈ, ਜਿਹਨੂੰ ਕਣਕ ਦੀ ਲੋੜ ਹੈ ਉਹਨੂੰ ਕਣਕ ਦੇਤੀ, ਜਿਹਨੂੰ ਪੈਸੇ ਦੀ ਲੋੜ ਹੈ ਉਹਨੂੰ ਪੈਸੇ ਦੇ 2-4 ਹਜ਼ਾਰ ਰੁਪਈਆ। ਲੇਕਿਨ ਸਵਾਲ ਤਰਾਸਦੀ ਇਹ ਹੈ ਦੋਸਤੋ ਵੀ ਪੰਜਾਬ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਹੋਈ ਪਈ ਹੈ, ਰੁਜ਼ਗਾਰ ਇੱਥੇ ਹੈ ਨਹੀਂ, ਨਸ਼ਿਆਂ 'ਤੇ ਲੋਕ ਲੱਗ ਗਏ, ਨੌਜਵਾਨ ਲੱਗ ਗਏ, ਨਿੱਕੇ ਨਿੱਕੇ ਬੱਚੇ ਬੱਚੀਆਂ ਚਿੱਟਾ ਖਾਣ ਲੱਗ ਗਏ, ਟੀਕੇ ਲੱਗਦੇ ਨੇ, ਕੁੜੀਆਂ ਵੀ ਚਿੱਟਾ ਪੀਣ ਲੱਗ ਗਈਆਂ ਨੇ, ਨਸ਼ਾ ਛਡਾਊ ਸੈਂਟਰ ਦੇ ਵਿੱਚ ਦਵਾਈਆਂ ਨਹੀਂ ਮਿਲਦੀਆਂ, ਹਰ ਜਗ੍ਹਾ 'ਤੇ ਫਰਾਡ ਚੱਲ ਰਿਹਾ, ਧੰਦੇ ਚੱਲ ਰਹੇ ਨੇ। ਇਸੇ ਕਰਕੇ ਇਹ ਵਿਚਾਰੇ ਮਰਦੇ ਕੀ ਨਾ ਕਰਦੇ। ਉਹ ਕਹਿੰਦੇ ਵੀ ਮਰਦੀ ਨੇ ਅੱਕ ਚੱਬਿਆ, ਛੜੇ ਜੇਠ ਨਾਲ ਲਾਈਆਂ। ਹੁਣ ਵਿਚਾਰੇ ਇਹ ਭੁੱਖੇ ਮਰਦੇ ਕਾਰਨ ਕੀ? ਇੱਕ ਲੀਡਰ ਇਹਨਾਂ ਕੋਲੇ ਸਹਾਰੇ ਨੇ ਵੀ ਚੱਲ ਜਿਹੜਾ 4 ਛਿੱਲੜ ਅਸੀਂ ਇਕੱਠੇ ਕਰ ਸਕਦੇ ਹਾਂ ਉਹ ਕਰ ਲਈਏ। ਪਰ ਕੇਜਰੀਵਾਲ ਵੀ ਇਹੀ ਗੱਲ ਕਹਿੰਦਾ ਵੀ ਕਰ ਲਓ ਵੋਟਾਂ, ਪਰ ਆਮ ਆਦਮੀ ਪਾਰਟੀ ਨੂੰ ਪਾ ਦਿਓ। ਹੁਣ ਇਹ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪੈਣੀ ਜਾਂ ਨਹੀਂ ਪੈਣੀ। ਕਿਉਂ ਲੈਲ ਸਾਹਿਬ? ਗਿੱਲ ਸਾਹਿਬ ਗੱਲ ਇਹ ਆ, ਮੈਂ ਤੇ ਇਸ ਪਹਿਲਾਂ ਵੀ ਇਹ ਗੱਲ ਕੀਤੀ, ਹੈਰਾਨਗੀ ਆ ਵੀ ਲੋਕ ਜਦੋਂ ਲੋਕਾਂ ਨਾਲ ਵੀ ਗੱਲ ਕਰਦੇ ਆ ਨਾ, ਤਾਂ ਲੋਕ ਜਿਹੜੇ ਆ ਉਹ ਸਰਕਾਰਾਂ ਪ੍ਰਤੀ ਨਫ਼ਰਤ ਜਿਹੜੀ ਆ ਉਹਨਾਂ ਦੇ ਅੰਦਰ ਹੈਗੀ ਆ, ਇਹ 'ਚ ਕੋਈ ਸ਼ੱਕ ਨਹੀਂ। ਜਦੋਂ ਵੀ ਕਿਸੇ ਨਾਲ ਗੱਲ ਕਰੀਏ ਵੀ ਫਲਾਣੀ ਆ, ਉਹ ਯਾਰ ਕੰਮ ਤਾਂ ਕੋਈ ਹੁੰਦਾ ਨਹੀਂ, ਜੇ ਕਲਰ ਦਫ਼ਤਰ ਜਾਂਦੇ ਆ ਦਫ਼ਤਰ ਕੰਮ ਨਹੀਂ ਕੋਈ ਹੁੰਦਾ, ਸਰਕਾਰੀ ਦਰਬਾਰੇ ਕੰਮ ਕੋਈ ਹੁੰਦਾ, ਮਹਿੰਗਾਈ ਵੱਧ ਰਹੀ ਹੈ, ਪੈਟਰੋਲ ਡੀਜ਼ਲ ਵੱਧ ਰਿਹਾ, ਦੁੱਖ ਬਹੁਤ, ਨੌਕਰੀ ਹੈ ਨਹੀਂ, ਕਾਰੋਬਾਰ ਹੈ ਨਹੀਂ, ਬਹੁਤ ਕੁਝ ਕਰਦੇ ਆ, ਕੋਈ ਸੁਣਦਾ ਨਹੀਂ ਸਾਡੀ। ਪਰ ਭਰਾਵੋ ਜੇ ਇਹ ਗੱਲਾਂ ਤੁਹਾਡੇ ਮਨ 'ਚ ਹੈਗੀਆਂ ਤਾਂ ਫਿਰ ਤੁਸੀਂ ਉਹਨਾਂ ਦੀਆਂ ਗੱਡੀਆਂ 'ਚ ਕਿਉਂ ਚੜੇ ਫਿਰਦੇ ਹੋ? 5 ਸਾਲ ਤੁਸੀਂ ਮੌਜੂਦਾ ਸਰਕਾਰ ਨੂੰ ਕੋਸਦੇ ਹੋ, ਉਹਦੇ ਪ੍ਰਤੀ ਖਿਲਾਫ ਰੈਲੀਆਂ ਕਰਦੇ ਹੋ, ਧਰਨੇ ਲਾਉਂਦੇ ਹੋ, ਹੜਤਾਲਾਂ ਕਰਦੇ ਹੋ, ਉਹਦੇ ਮਗਰੋਂ ਡਾਂਗਾਂ ਵੀ ਖਾਂਦੇ ਹੋ, ਕੁਝ ਜੇਲ੍ਹ 'ਚ ਵੀ ਗਏ, ਰਾਤ ਦਿਨੇ ਫੜੇ, ਰਾਤ ਨੂੰ ਛੱਡਤੇ, ਕਈ 4-4 ਦਿਨ ਅੰਦਰ ਵੀ ਰਹਿੰਦੇ ਨੇ, ਤੁਹਾਡੀਆਂ ਇਨਕਰੀਮੈਂਟਾਂ ਬੰਦ ਹੁੰਦੀਆਂ ਨੇ, ਤਨਖਾਹਾਂ ਰੋਕ ਲਈਆਂ ਜਾਂਦੀਆਂ ਨੇ, ਕਿਸਾਨਾਂ ਦੇ ਕਰਜ਼ੇ ਜਿਹੜੇ ਕਦੇ ਮਾਫ ਨਹੀਂ ਹੋਏ ਉਹ ਸਿਰਫ ਅਖਬਾਰਾਂ ਤੱਕ ਨੇ, ਖਾਦਾਂ ਦੇ ਭਾਅ ਵੱਧ ਗਏ ਨੇ, ਪਾਣੀ ਥੱਲੇ ਡਾਊਨ ਚਲੇ ਗਿਆ, ਬਿਜਲੀ 8 ਘੰਟੇ ਜਿਹੜੀ ਕਹਿੰਦੇ ਨੇ ਉਹ ਵੀ ਨਹੀਂ ਮਿਲੀ। ਇਹ ਸਾਰਾ ਕੁਝ ਚਰਚਾ ਤੁਸੀਂ ਬਹਿ ਕੇ ਪਿੰਡਾਂ 'ਚ ਕਰਦੇ ਹੋ, ਸਭ ਕੁਝ ਕਰਦੇ ਹੋ, ਪਰ ਕਿਹੜੀ ਇਹੋ ਜਿਹੀ ਬਿਮਾਰੀ ਹੈ ਜਿਹਦੇ ਕਰਕੇ ਤੁਸੀਂ ਫੇਰ ਉਹਨਾਂ ਦੀਆਂ ਗੱਡੀਆਂ 'ਚ ਚੜੇ ਫਿਰਦੇ ਹੋ? ਉਹ ਸਵਾਲ ਤਾਂ ਪੁੱਛੋ, ਗੱਲ ਤਾਂ ਕਰੋ, ਇਹਦੇ ਬਦਲ ਦੀ ਗੱਲ ਤਾਂ ਕਰੋ ਵੀ ਬਦਲੂ ਕਿਵੇਂ। ਸਵਾਲ ਇਹ ਇਕੱਲਾ ਨਹੀਂ ਵੀ ਤੁਸੀਂ TV ਤੇ ਬਹਿ ਕੇ ਜਾਂ ਮੋਬਾਈਲ ਔਨ ਕਰਕੇ ਦੂਜੇ ਉਹਦੇ ਉੱਤੇ WhatsApp ਦੇ ਉੱਤੇ
ਜਾਂ ਤੁਸੀਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰਾਂ ਪੜ੍ਹ ਕੇ ਆਪਣੇ ਅੰਦਾਜ਼ੇ ਲਾਈ ਜਾਓ। ਅੰਦਾਜ਼ੇ ਲਾਉਣੇ ਤੁਸੀਂ ਖੁਦ, ਤੁਹਾਡੀ ਵੋਟ ਨੇ ਜੀ। ਸੋ ਇਸ ਕਰਕੇ ਤੁਸੀਂ ਸਮਝਦਾਰੀ ਕਰਨ ਦੀ ਕੋਸ਼ਿਸ਼ ਕਰੋ। ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਜਿਹੜੀ ਹੈ ਉਹਨੂੰ ਆਪਾਂ ਵਾਚਣ ਦੀ ਕੋਸ਼ਿਸ਼ ਕਦੇ ਨਹੀਂ ਕੀਤੀ, ਕਦੇ ਨਹੀਂ ਜਾਣਿਆ। ਅਸੀਂ ਇਹੀ ਪ੍ਰਭਾਵ ਲੈ ਲਿਆ ਵੀ ਜਦੋਂ ਲੋਕਾਂ ਦੇ ਪਿੰਡਾਂ 'ਚ ਜਾਂਦੇ ਆ ਉਹ ਇਹੀ ਗੱਲ ਕਹਿੰਦੇ ਨੇ, ਅੱਗੇ ਦੋ ਨੇ ਲੁੱਟ ਲਿਆ ਤੇ ਕਾਂ ਹੀ ਕੀ ਕਰ ਲਿਆ, ਹੁਣ ਤੀਜੇ ਨੂੰ ਮੌਕਾ ਦੇ ਦਿਓ। ਤੀਜੇ ਦੀ ਪਾਲਿਸੀ ਕੀ ਹੈ, ਉਹ ਕਰਨਾ ਕੀ ਚਾਹੁੰਦਾ, ਉਹ ਪੰਜਾਬ ਪ੍ਰਤੀ ਉਹਦੀ ਨੀਤ ਕੀ ਹੈ, ਪੰਜਾਬ ਨੂੰ ਕਿਵੇਂ ਲੀਹ ਤੇ ਲਿਆਏਗਾ, ਇਸ ਗੱਲ ਦਾ ਕੋਈ ਨਹੀਂ। ਅਸੀਂ ਚਾਹੁੰਦੇ ਹਾਂ ਵੀ ਉਹ ਬੰਦੇ ਆਪਣੀ ਪਾਲਿਸੀ ਨੂੰ ਕਲੀਅਰ ਕਰ ਦੇ ਵੀ ਪੰਜਾਬ ਦੇ ਅੰਦਰ ਪੰਜਾਬ ਦੀ ਇਕਨੋਮੀ ਨੂੰ ਕਿਵੇਂ ਆਪਾਂ ਅੱਗੇ ਲੈ ਕੇ ਜਾਵਾਂਗੇ, ਇਹ ਜਿਹੜੇ ਟੈਕਸ ਨੇ ਕਿਵੇਂ ਕੱਟਣਗੇ, ਸਾਡਾ ਖਜ਼ਾਨਾ ਕਿਵੇਂ ਵਧੇਗਾ, ਨੌਕਰੀਆਂ ਕਿਵੇਂ ਪੈਦਾ ਹੋਣਗੀਆਂ, ਕਿੱਥੋਂ ਨੌਕਰੀਆਂ ਲਿਆਵਾਂਗੇ। ਇੱਕ ਬੰਦੇ ਦਾ ਪਰਸੋਂ ਬਿਆਨ ਸੀ ਕਿ ਅਸੀਂ 5 ਸਾਲ 'ਚ ਸਿਰਫ 1 ਲੱਖ ਨੌਕਰੀ ਦੇਵਾਂਗੇ, ਬਾਕੀ ਅਸੀਂ ਪ੍ਰਾਈਵੇਟ ਸੈਕਟਰ 'ਚ ਜਾਵਾਂਗੇ। ਹੁਣ ਪ੍ਰਾਈਵੇਟ ਸੈਕਟਰ ਤਾਂ ਸਾਡਾ ਹੈ ਨਹੀਂ, ਸਾਰੀ ਦੀ ਸਾਰੀ ਇੰਡਸਟਰੀ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ 80% ਜਿਹੜੀ ਇੰਡਸਟਰੀ ਹੈ ਉਹ ਬਾਕੀ ਦੂਜਿਆਂ ਸੂਬਿਆਂ 'ਚ ਚਲ ਗਈ, ਕਿਉਂਕਿ ਉੱਥੇ ਸੂਬਿਆਂ ਦੇ ਵਿੱਚ ਰਿਆਇਤਾਂ ਦੇ ਦਿੱਤੀਆਂ ਉਹਨਾਂ ਲੋਕਾਂ ਨੇ। ਜਦੋਂ ਸਾਡੇ ਇੱਥੇ ਆਉਂਦੇ ਨੇ ਕੰਪਨੀ ਕੋਈ ਰਜਿਸਟਰਡ ਹੁੰਦੀ ਹੈ ਜਾਂ ਕੋਈ ਇੰਡਸਟਰੀਲਿਸਟ ਆਉਂਦਾ ਜਾਂ ਸਾਡੇ NRI ਭਰਾ ਆਣ ਕੇ ਕੋਈ ਯੂਨਿਟ ਲਾਉਣਾ ਚਾਹੁੰਦੇ ਇੱਥੇ, ਤੇ ਸਾਡੇ ਰਾਜਨੀਤਿਕ ਲੋਕ ਐਡੇ ਬੇਈਮਾਨੀ ਵਿਖਾਉਂਦੇ ਨੇ ਤੇ ਉਸੇ ਤਰ੍ਹਾਂ ਸਾਡੇ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਤੋਂ ਇਹ ਆਸ ਰੱਖਦੇ ਨੇ ਵੀ ਸਾਡਾ ਕਦੋਂ ਹਿੱਸਾ ਪਹੁੰਚੂਗਾ, ਸਾਡਾ ਕਿੰਨੇ % ਜਿਹੜਾ ਤੁਸੀਂ ਸ਼ੇਅਰ ਰੱਖੋਗੇ ਜੀ। ਇਸ ਕਰਕੇ ਇੰਡਸਟਰੀਲਿਸਟ ਜਿਹੜਾ ਉਹ ਪੰਜਾਬ ਦੀ ਧਰਤੀ ਨੂੰ ਆਉਣ ਨੂੰ ਤਿਆਰ ਹੀ ਨਹੀਂ ਹੈ, ਕੋਈ ਨਹੀਂ ਕਰਦਾ। ਸੋ ਲੋੜ ਤਾਂ ਇਸ ਗੱਲ ਦੀ ਸੀ ਪਾਲਿਸੀ ਦੀ। ਮਾਡਲ ਤੁਸੀਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦਾ ਰਿਹਾ, ਰੌਲਾ ਪਾਉਂਦਾ ਰਿਹਾ, ਇਹਨੂੰ ਕੈਲੀਫੋਰਨੀਆ ਬਣਾ ਦਿਆਂਗੇ। ਕੈਲੀਫੋਰਨੀਆ ਮੈਂ ਵੇਖਿਆ ਨਹੀਂ ਵੈਸੇ, ਪੰਜਾਬ ਹੀ ਨਹੀਂ ਬਣਿਆ, ਪਰ ਪਤਾ ਨਹੀਂ ਵੀ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਕੈਲੀਫੋਰਨ ਛੱਡ ਦਿਓ। ਹੁਣ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ, ਇਹ ਪੰਜਾਬ ਮਾਡਲ ਹੈ ਕਿਹੜਾ, ਮੈਨੂੰ ਤਾਂ ਸਮਝ ਨਹੀਂ ਆਈ ਕਿਹੜਾ ਇਹਨਾਂ ਨੇ ਡਿਜ਼ਾਈਨ ਕੀਤਾ। ਗੱਲਾਂ ਤੇ ਉਹੀ ਨੇ, ਪਹਿਲੀ ਸ਼ੁਰੂਆਤ ਹੋਣੀ ਚਾਹੀਦੀ ਸੀ ਜਿਸ ਦਿਨ ਨਵਜੋਤ ਸਿੰਘ ਸਿੱਧੂ ਜੀ ਤੁਹਾਡੇ ਸਿਰ ਦੇ ਉੱਤੇ ਜਿਹੜਾ ਸਾਡਾ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਦਾ ਜਿਹੜਾ ਤਾਜ ਸੱਜਿਆ ਸੀ, ਉਸ ਵੇਲੇ ਸਭ ਤੋਂ ਪਹਿਲਾਂ ਬਣਦਾ ਸੀ ਪੰਜਾਬ ਮਾਡਲ ਦਾ ਪਹਿਲਾ ਊੜਾ ਵੀ ਤੁਸੀਂ ਆਪਣੇ ਇਸ ਕਾਂਗਰਸ ਦੇ ਅੰਦਰ ਜਥੇਬੰਦਕ ਢਾਂਚੇ 'ਚ ਸੁਧਾਰ ਕਰਦੇ, ਕਰਪਟ ਨੂੰ ਬਾਹਰ ਕੱਢਦੇ, ਚੰਗੇ ਵਰਕਰ ਨੂੰ ਅੰਦਰ ਲੈ ਕੇ ਆਉਂਦੇ ਔਰ ਉਹ ਚੰਗੇ ਵਰਕਰ ਨੂੰ ਚੰਗਾ ਅਹੁਦਾ ਦੇ ਕੇ ਉਹਨੂੰ ਸਟੈਬਲਿਸ਼ ਕਰਦੇ। ਇਹ ਤੁਸੀਂ ਫੇਲ ਹੋ ਗਏ। ਦੂਜੀ ਵਾਰ ਫੇਲ ਕਿੱਥੇ ਤੁਹਾਡਾ ਪੰਜਾਬ ਮਾਡਲ ਹੋਇਆ, ਜਦੋਂ ਤੁਸੀਂ ਟਿਕਟਾਂ ਦੀ ਵੰਡ ਕੀਤੀ ਨਾ। ਉਸ ਤੋਂ ਬਾਅਦ ਤੁਸੀਂ ਕੀ ਕੀਤੀ, ਤੁਸੀਂ ਕੀਤੀ ਵਜ਼ਾਰਤ ਚੇਂਜ ਕੀਤੀ। ਵਜ਼ਾਰਤ ਦੇ ਅੰਦਰ ਜਿਹੜੇ ਬੰਦੇ ਉਸ ਵੇਲੇ 4.5 ਸਾਲ ਕੈਪਟਨ ਦੀ ਵਜ਼ਾਰਤ ਜਿਨ੍ਹਾਂ ਨੇ ਕੱਖ ਨਹੀਂ ਕੀਤਾ, ਲੁੱਟਿਆ, ਜ਼ਮੀਨਾਂ ਹੜੱਪੀਆਂ, ਕਰੋਨਾ ਦੇ ਦੌਰਾਨ ਦਵਾਈਆਂ ਵੇਚੀਆਂ ਗਈਆਂ, ਹਸਪਤਾਲਾਂ ਦੀ ਮੰਦੀ ਹਾਲਤ ਸੀ, ਕਿਉਂਕਿ ਤੁਸੀਂ ਸਾਰਿਆਂ ਨੂੰ ਕਰੋਨਾ ਜਦੋਂ ਹੋਇਆ ਸੀ ਨਾ ਤਾਂ ਤੁਸੀਂ ਕੋਈ ਸਰਕਾਰੀ ਹਸਪਤਾਲ 'ਚ ਦਾਖਲ ਨਹੀਂ ਹੋਇਆ। ਇੱਥੋਂ ਤੱਕ ਸਾਡਾ ਜਿਹੜਾ ਸਿਹਤ ਮੰਤਰੀ ਬਲਬੀਰ ਸਿੱਧੂ ਆ, ਜਦੋਂ ਉਹਨੂੰ ਕਰੋਨਾ ਹੋਇਆ ਉਹ ਵੀ ਆਪਣੇ ਹਸਪਤਾਲ ਨਹੀਂ ਗਿਆ, ਉਹ ਵੀ 40 'ਚ ਗਿਆ। ਜਿਸ ਮੰਤਰੀ ਨੂੰ, ਸਿਹਤ ਮੰਤਰੀ ਨੂੰ ਇਹ ਯਕੀਨ ਨਹੀਂ ਵੀ ਮੇਰੇ ਹਸਪਤਾਲ 'ਚ ਮੇਰਾ ਇਲਾਜ ਹੋ ਜੂ, ਉਹ ਸਾਨੂੰ ਕਿਉਂ ਡੰਗਰਾਂ ਵਾਂਗੂ ਨਾ ਹਸਪਤਾਲ 'ਚ ਭਰਤੀ ਕਰਾਉਂਦੇ ਹੋ। ਉਹ ਤਰੀਫਾਂ ਉਸ ਵੇਲੇ ਬਿਹਤਰ ਸਹੂਲਤਾਂ ਦੀ, ਉਸ ਵੇਲੇ ਤੁਹਾਡਾ ਇਹ ਪੰਜਾਬ ਮਾਡਲ ਫੇਲ ਹੋਇਆ ਜਦੋਂ ਤੁਸੀਂ ਉਹਨਾਂ ਬੰਦਿਆਂ ਨੂੰ, ਜਿਨ੍ਹਾਂ ਬੰਦਿਆਂ ਨੇ 4.5 ਸਾਲ ਕੁਛ ਨਹੀਂ ਕੀਤਾ, ਕੋਈ ਸੁਧਾਰ ਨਹੀਂ ਕੀਤਾ, ਸਿਰਫ ਫੰਡ ਖਾਦੇ, ਐਸ਼ ਕੀਤੀ, ਤਨਖਾਹਾਂ ਲਈਆਂ, ਭੱਤੇ ਲਏ, ਲੋਕਾਂ ਦੇ ਕੋਲੋਂ ਠੱਗੀਆਂ ਮਾਰੀਆਂ, ਕਿਸੇ ਨੂੰ ਪਰਮਿਟ ਦਿੱਤਾ, ਕਿਸੇ ਨੇ ਰੇਤ ਦਾ ਪਰਮਿਟ ਲੈ ਲਿਆ, ਕਿਸੇ ਨੇ ਮਾਈਨਿੰਗ ਕੀਤੀ, ਕਿਸੇ ਨੇ ਸ਼ਰਾਬ ਵੇਚੀ, ਕਿਸੇ ਨੇ ਗੱਡੀਆਂ ਜਿਹੜੀਆਂ ਨੇ ਟਰਾਂਸਪੋਰਟ ਪਾ ਲਈ। ਉਹ 4.5 ਸਾਲ ਦੇ ਬੰਦਿਆਂ 'ਚੋਂ ਇੱਕ ਵੀ ਤੁਸੀਂ ਨਹੀਂ ਬਦਲਿਆ, ਇੱਕ ਵੀ। ਉਹ ਸਾਰਿਆਂ ਨੂੰ ਟਿਕਟਾਂ ਜਿਹੜੀਆਂ ਤੁਸੀਂ ਦੇ ਕੇ, ਆਪਣੀਆਂ ਵਜ਼ਾਰਤਾਂ ਦੇ ਕੇ, ਵਜ਼ੀਰੀਆਂ ਦੇ ਕੇ ਸਨਮਾਨਿਤ ਕਰਤਾ, ਇਸ ਕਰਕੇ ਕਿ ਭੱਜ ਨਾ ਜਾਣ। ਤੀਸਰੀ ਗਲਤੀ ਉਦੋਂ ਕੀਤੀ ਜਿਸ ਵੇਲੇ ਟਿਕਟਾਂ ਦੇਣ ਲੱਗਿਆ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਹੀ ਕੀਤੀ ਵੀ ਇਹਦਾ ਪੁਰਾਣਾ ਤਜਰਬਾ ਜਿਹੜਾ ਉਹ ਕੀ ਕਹਿੰਦਾ। ਪੰਜਾਬ ਦੇ ਲੋਕਾਂ ਨੂੰ ਇਹਨੇ 5 ਸਾਲਾਂ 'ਚ ਇਹਨਾਂ ਬੰਦਿਆਂ ਨੇ ਜਿਨ੍ਹਾਂ ਨੂੰ ਟਿਕਟਾਂ ਦੇ ਰਿਹਾ ਮੈਂ, ਇਹਨਾਂ ਬੰਦਿਆਂ ਨੇ ਪੰਜਾਬ ਲਈ ਸਵਾਰਿਆ ਕੀ ਸੀ, ਕੀਤਾ ਕੀ ਸੀ। ਇਹ ਤੀਸਰਾ ਤੁਹਾਡਾ ਮਾਡਲ ਦਾ ਤੀਜਾ ਜਿਹੜਾ ਸੀ ਈੜੀ ਸੀ, ਤੁਹਾਡਾ ਤੀਜਾ ਨੁਕਤਾ ਸੀ। ਤੇ ਹੁਣ ਤੁਸੀਂ ਦੱਸੋ
ਵੀ ਜੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਵੀ ਜਾਓ ਜਾਂ ਕਾਂਗਰਸ ਮੁੱਖ ਮੰਤਰੀ ਬਣ ਵੀ ਜਾਏ, ਚੰਨੀ ਵੀ ਬਣ ਜੇ, ਤੇ ਕੀ ਤੁਸੀਂ ਸੁਧਾਰ ਕਰ ਲਓਗੇ? ਕੀ ਇਹਨਾਂ ਮੰਤਰੀਆਂ ਨੂੰ ਕੱਢ ਦਿਓਗੇ ਜਿਨ੍ਹਾਂ ਦੇ ਉੱਤੇ ਘਪਲੇ ਨੇ? ਅਸੀਂ ਤੇ ਆਸ ਕਰਦੇ ਸੀ ਤੁਹਾਡੇ ਤੋਂ ਵੀ ਤੁਸੀਂ ਇਹਨਾਂ ਸਾਰਿਆਂ ਦੇ ਖਿਲਾਫ CBI ਜਾਂ ED ਤੋਂ ਇਨਕੁਆਇਰੀ ਕਰਾਓ, ਪਰ ਹੁਣ ਤੇ ਸਾਨੂੰ ED ਤੇ ਵੀ ਤੇ CBI ਤੇ ਵੀ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿ ਇਹ ਵੀ ਜਿਹੜੇ ਅਫਸਰ ਨੇ ਇਹ ਵੀ ਕਿਸੇ ਨਾ ਕਿਸੇ ਦਬਾਅ ਹੇਠ ਨੇ। ਪਹਿਲਾਂ ਤਾਂ ਇਹ ਦੋਸ਼ ਲੱਗਦਾ ਸੀ ਵੀ ਇਹ ਭਾਜਪਾ ਦੀ ਸੈਂਟਰ ਸਰਕਾਰ ਦੀ ਦਬਾਅ ਹੇਠ ਹੋਣਗੇ, ਪਰ ਹੁਣ ਐ ਲੱਗਦਾ ਇਸ ਗੱਲ ਤੋਂ ਜਿਹੜੀ ਕਲੀਨ ਚਿੱਟ ਦਿੱਤੀ ਆ, ਇਸ ਗੱਲ ਤੋਂ ਵੀ ED ਨੇ ਅਜੇ ਤੱਕ ਇਹ ਡਿਕਲੇਅਰ ਨਹੀਂ ਕੀਤਾ ਵੀ ਚਰਨਜੀਤ ਚੰਨੀ ਦੇ ਭਾਣਜੇ ਨੇ ਤੁਹਾਨੂੰ ਇਨਵੈਸਟੀਗੇਸ਼ਨ ਦੇ ਅੰਦਰ ਕੀ ਕੀ ਜਿਹੜਾ ਉਹ ਬਕਿਆ ਸੀ। ਤੁਸੀਂ ਤਾਂ ਚੋਰ ਨੂੰ, ਕਿਸੇ ਚੋਰ ਨੇ ਕੋਈ ਸਾਈਕਲ ਚਲਾਇਆ ਹੋਵੇ ਤਾਂ ਤੁਸੀਂ ਕੁੱਟਮਾਰ ਕਰਕੇ ਉਹਦੇ ਕੋਲ ਕਾਰਾਂ ਕਢਾ ਲੈਂਦੇ ਹੋ। 3 ਤੇ 10 ਕਰੋੜ ਦੀ ਸਮੱਸਿਆ ਸੀ ਇਹਦੀ, ਤਾਂ ਸਪਸ਼ਟ ਸੀ ਉਹਨੇ ਕੁਛ ਨਾ ਬਕਿਆ। ਇਹ ਤਾਂ ਸਾਫ਼ ਯਾਰ ਆ ਵੀ ਇਹ ਸਾਡੇ ਜਿਹੜੇ ਬਿਊਰੋਕਰੇਟਸ ਨੇ, ਸਾਡੀਆਂ ਜਿਹੜੀਆਂ ਏਜੰਸੀਆਂ ਜਿੰਨਾ ਕੁਝ ਸ਼ਿਕਾਇਤ ਲੈ ਕੇ ਜਾਣਾ, ਉਹ ਏਜੰਸੀਆਂ ਹੀ ਜਿਹੜੀਆਂ ਨੇ ਉਹ ਪੂਰੇ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੀਆਂ। ਇਸੇ ਤਰ੍ਹਾਂ ਚੋਣ ਕਮਿਸ਼ਨ ਹੈ, ਚੋਣ ਕਮਿਸ਼ਨ ਨੇ 417 ਪੁਆਇੰਟ ਸਮਥਿੰਗ ਕਰੋੜ ਦੀਆਂ ਵਸਤਾਂ ਫੜੀਆਂ, ਬਿਲਕੁਲ, ਪਰ ਉਹਦੇ ਖਿਲਾਫ ਅਜੇ ਤੱਕ ਕੋਈ ਕੇਸ ਹੀ ਨਹੀਂ ਦਰਜ ਹੋਇਆ। ਜਿਹਦੇ ਕੋ ਤੁਸੀਂ ਫੜਦੇ ਹੋ ਉਹਦੀ ਇਨਵੈਸਟੀਗੇਸ਼ਨ ਕੀ ਕਰਦੇ ਹੋ ਵੀ ਕਿਹੜੀ ਪਾਰਟੀ ਦਾ ਸੀ ਉਹ, ਇਹ ਸਮਾਨ ਕਿਸ ਪਾਰਟੀ ਕੋ ਜਾ ਰਿਹਾ ਸੀ, ਇਹ ਕਿਸ ਬੰਦੇ ਨੇ ਮੰਗਾਇਆ ਸੀ? ਇਹ ਕੁਝ ਵੀ ਨਹੀਂ। ਇਹ ਚੋਣਾਂ ਤੋਂ ਬਾਅਦ ਤੁਸੀਂ ਖੂਹ ਖਾਤੇ 'ਚ ਪਾ ਦਿਓਗੇ। 2017 ਦੇ ਜਿਹੜੇ ਪਰਚੇ ਦਰਜ ਹੋਏ ਸੀ ਜਾਂ ਜਿਹੜੀਆਂ ਮਤਲਬ ਜਿਨ੍ਹਾਂ ਨੇ ਗਲਤ ਕੰਮ ਕੀਤੇ ਸੀ, ਜਿਨ੍ਹਾਂ ਨੇ ਉਲੰਘਣਾ ਕੀਤੀ ਸੀ, ਉਹਨਾਂ ਦੇ ਖਿਲਾਫ ਤੁਸੀਂ ਇੱਕ ਦਿਨ ਬਿਆਨ ਦੇ ਕੇ ਇਹ ਸਾਫ਼ ਹੀ ਕਰਤਾ ਕਿ ਉਹ ਸਾਰੇ ਕੇਸ ਕਲੀਅਰ ਕਰ ਦਿੱਤੇ ਗਏ ਹਨ। ਗੱਲ ਖਤਮ ਹੋ ਗਈ। ਸੋ ਕਹਿਣ ਦਾ ਤੇ ਭਾਵ ਸੀ ਵੀ ਜਦੋਂ ਇਲੈਕਸ਼ਨ ਹੋਣੀ ਹੈ, ਇਲੈਕਸ਼ਨ ਹੋਣ ਵਾਲੇ ਦਿਨ ਤੱਕ ਉਹਦੀ ਜਿਹੜੀ ਉਮੀਦਵਾਰੀ ਹੈ, ਅਗਰ ਉਹਨੇ ਕੋਈ ਗੁਨਾਹ ਕੀਤਾ, ਅਗਰ ਉਹਨੇ ਗਲਤ ਐਫੀਡੇਵਿਟ ਦਿੱਤਾ, ਉਹ ਗਲਤ ਕੰਮ ਕਰਦਾ ਤਾਂ ਉਹਦੀ ਉਮੀਦਵਾਰੀ ਉਦੋਂ ਰੱਦ ਕਰ ਦਿੱਤੀ ਜਾਵੇ, ਬਾਅਦ ਚ ਕਰਨ ਦਾ ਕੀ ਫਾਇਦਾ? ਸੋ ਕਹਿਣ ਦਾ ਭਾਵ ਇਹ ਜਦੋਂ ਤੱਕ ਸਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਨਾ ਪੈਂਦੀ, ਤਦ ਤੱਕ ਇਹ ਲੋਕ ਇਹਨਾਂ ਪਾਰਟੀਆਂ ਦੇ ਝੰਡਿਆਂ ਹੇਠ ਝੰਡੇ ਫੜ ਕੇ ਗੱਡੀਆਂ 'ਚ ਜਾਂ ਹੋਰ ਸਕੂਟਰਾਂ, ਕਾਰਾਂ, ਮੋਟਰਸਾਈਕਲਾਂ, ਕੋਠੀਆਂ ਦੇ ਵਿੱਚ ਇਕੱਠੇ ਹੁੰਦੇ ਰਹਿਣਗੇ ਤੇ ਆਪਣਾ ਆਉਣ ਵਾਲਾ 5 ਸਾਲ ਦਾ ਭਵਿੱਖ ਹੋਰ ਡਰ ਕਰ ਦੇਣਗੇ। ਜਿਨ੍ਹਾਂ ਬੰਦਿਆਂ ਨੇ ਪਿਛਲੇ 5 ਸਾਲ ਕੱਖ ਨਹੀਂ ਕੀਤਾ, ਹੁਣ ਕੀ ਕਰਨਗੇ? ਉਹ ਹੁਣ ਕੀ ਕਰਨਗੇ? ਉਹੋ ਹੀ ਬੰਦੇ ਨੇ, ਉਹੋ ਹੀ ਸਭ ਕੁਝ ਹੈ। ਕਾਂਗਰਸ ਦੀ ਪਾਲਿਸੀ ਵੀ ਉਹੀ ਹੈ, ਪੰਜਾਬ ਵੀ ਉਹੀ ਹੈ। ਫਰਕ ਸਿਰਫ ਇੰਨਾ ਕਿ ਤੁਹਾਨੂੰ ਇੱਕ ਪਾਵਰ ਦਿੱਤੀ ਸੀ ਚੋਣ ਦੀ, ਵੋਟ ਦੀ, ਤੁਸੀਂ ਉਸ ਵੋਟ ਦੀ ਵਰਤੋਂ ਜਿਹੜੀ ਆ ਉਹ ਗਲਤ ਤਰੀਕੇ ਨਾਲ ਕਰਨੀ ਹੈ। ਉਹਦੀ ਵਰਤੋਂ ਤੁਸੀਂ ਚੰਗੀ ਤਰ੍ਹਾਂ ਨਹੀਂ ਕਰਨੀ ਔਰ ਫਿਰ 5 ਸਾਲ ਵਾਸਤੇ ਤੁਸੀਂ ਕੋਸਣਾ ਆਪਣੇ ਆਪ ਨੂੰ, ਗਾਲਾਂ ਕੱਢਣੀਆਂ ਆਪਣੇ ਆਪ ਨੂੰ। ਇਹਦੇ ਨਾਲ ਤਾਂ ਉਹਦੇ ਪਹਿਲੇ ਹੀ ਚੰਗੇ ਸੀ ਜੀ। ਕੱਲ ਨਾ ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀ MLA ਦਾ, ਉਹ ਕਹਿੰਦਾ ਵੀ ਜਿਹੜੇ ਚਰਨਜੀਤ ਸਿੰਘ ਚੰਨੀ ਆ ਨਾ, ਉਹ ਕ੍ਰਾਂਤੀਕਾਰੀ ਲੀਡਰ ਨੇ। ਦੱਸੋ, ਮੈਂ ਉਹਨੂੰ ਕਿਤੇ ਗੱਲ ਕਹਿ ਬੈਠਾ, ਮੈਂ ਵੀ ਜਿਹੜੀ ਕ੍ਰਾਂਤੀ ਉਹਨਾਂ ਦੇ ਭਤੀਜੇ ਨੇ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ, ਭਾਣਜੇ ਨੇ ਕਿਆ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹੱਸ ਪਿਆ ਮੇਰੀ ਗੱਲ ਤੇ। ਮੈਂ ਕਿਹਾ ਦੇਖੋ ਗੱਲ ਇੱਦਾਂ ਵੀ ਤੁਹਾਡੇ ਜਿਹੜੇ ਲੀਡਰ ਨੇ ਕਾਂਗਰਸ ਦੇ, ਇਹ ਸਾਰੇ ਕ੍ਰਾਂਤੀਕਾਰੀ ਹੈ। ਆਮ ਆਦਮੀ ਪਾਰਟੀ ਵਾਲੇ ਵੀ ਕ੍ਰਾਂਤੀਕਾਰੀ ਹੈ, ਉਧਰੋਂ ਭਾਜਪਾ ਵਾਲੇ ਵੀ ਕ੍ਰਾਂਤੀਕਾਰੀ ਹੈ, ਸਾਰੇ ਕ੍ਰਾਂਤੀਕਾਰੀ ਨੇ। ਇਹ ਸਾਰੇ ਭਗਤ ਸਿੰਘ ਦੇ ਨਾਲ, ਇਹ ਸਾਰੇ ਭਗਤ ਸਿੰਘ ਦੇ ਨਾਲ ਗੋਲੀਆਂ ਖੇਡਦੇ, ਕਾਂਚੇ ਖੇਡਦੇ ਰਹੇ, ਕਾਂਚੇ ਖੇਡਦੇ, ਝੰਡੇ ਫੜ ਕੇ ਤੁਰੇ ਫਿਰਦੇ ਹੁੰਦੇ ਸੀ। ਹਾਂ, ਤੇ ਇਸੇ ਕਰਕੇ ਕ੍ਰਾਂਤੀਕਾਰੀ ਨੇ। ਕ੍ਰਾਂਤੀਕਾਰੀ ਤੇ ਇਸ ਵਾਸਤੇ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਲੋਕਾਂ ਨੂੰ ਲੁੱਟਣ ਦਾ, ਲੋਕਾਂ ਨੂੰ ਪੂਰਾ ਵੱਢਣ ਦਾ ਇਹਨਾਂ ਨੇ ਠੇਕਾ ਲਿਆ ਹੋਇਆ। ਇਹ ਸਾਰੇ ਨੇ ਠੇਕੇ ਹੈ ਨਾ, ਬੇਈਮਾਨੀ ਦੇ, ਗੁਰਬਤ ਦੇ, ਆਪਣਾ ਹੇਰਾ ਫੇਰੀਆਂ ਦੇ, ਇਹ ਸਾਰੇ ਇਹਨਾਂ ਲੀਡਰਾਂ ਨੂੰ ਦੇ ਦਿੱਤੇ ਰੱਬ ਨੇ। ਔਰ ਬਹੁਤ ਵਧੀਆ ਲਾਈਨ ਚੁਣੀ ਹੈ ਇਹਨਾਂ ਨੇ। ਇਹਨਾਂ ਨੂੰ ਚਸਕਾ ਪੈ ਗਿਆ ਲੋਕਾਂ ਨੂੰ ਉਹ ਜੀ ਹਜ਼ੂਰੀ ਕਰਨ ਦਾ। ਬਸ ਇੱਕ ਹੋਰ, ਮੈਂ ਤੇ ਰਹਿਲ ਸਾਹਿਬ ਇੱਕ ਹੋਰ ਫੰਕਸ਼ਨ 'ਤੇ ਚਲੇ ਗਏ ਨਾ, ਪੋਲੀਟੀਕਲੀ ਫੰਕਸ਼ਨ ਸੀ, ਉਹਦੇ 100-150 ਹਾਰ ਪਾਇਆ ਹੋਇਆ, ਉਹਨੂੰ 1 ਲੱਖ ਰੁਪਏ ਦੇ ਸਿੱਕਿਆਂ ਨਾਲ ਤੋਲਿਆ ਗਿਆ, ਹੈ ਨਾ। ਦੱਸੋ, ਤੇ ਨਾਮ ਨਹੀਂ ਆਪਾਂ ਲੈਣਾ ਕਿਹਨੂੰ ਤੋਲਿਆ। 1 ਲੱਖ ਦੇ ਸਿੱਕਿਆਂ ਦੇ ਨਾਲ ਬੰਦੇ ਨੂੰ ਤੋਲਿਆ ਗਿਆ। ਮੈਂ ਉਹਨੂੰ ਗੱਲ ਕਿ ਮੈਂ ਹੱਸਣ ਲੱਗ ਗਿਆ ਲਹਿਲ ਸਾਹਿਬ ਨੂੰ। ਮੈਂ ਕਿਹਾ ਲਹਿਲ ਸਾਹਿਬ ਇਹ ਕਿੰਨਾ ਮੂਰਖ ਲੀਡਰ ਹੈ, 1 ਲੱਖ ਸਿੱਕਿਆਂ ਦੇ ਨਾਲ ਤੋਲਿਆ ਗਿਆ। ਪਤਾ ਨਹੀਂ ਸਿੱਕੇ ਕਿੱਥੋਂ ਇਕੱਠੇ ਕੀਤੇ ਹੋਣਗੇ ਇਹਨਾਂ ਨੇ, ਗੁਰਦੁਆਰੇ ਲਿਆਂਦੇ ਨੇ ਜਾਂ ਭਾਨ ਕਿੱਥੋਂ ਇਕੱਠੀ ਕੀਤੀ ਹੈ, ਫਿਰ ਇਹਨਾਂ ਨੇ ਗਿਣਨ ਦੇ ਟਾਈਮ ਲਾਇਆ ਹੋਣਾ। ਇਹ ਕਿੰਨੇ ਯਾਰ ਵਿਹਲੇ ਲੋਕ ਨੇ। ਇਹ ਜਿਹੜਾ ਕਲਚਰ ਹੈ ਸਿੱਕਿਆਂ ਨਾਲ ਤੋਲਣਾ, ਲੱਡੂਆਂ ਨਾਲ ਤੋਲਣਾ, ਸਮੋਸਿਆਂ ਨਾਲ ਤੋਲਣਾ, ਇਹ ਪੰਜਾਬ ਦੇ ਵਿੱਚ ਹੀ ਕਲਚਰ ਹੈ, ਕਿਤੇ ਹੋਰ ਨਹੀਂ ਹੈ। ਜੇ ਕਿਤੇ ਵਿਕਾਸ ਕੀਤਾ ਹੋਵੇ ਤਾਂ ਤੁਹਾਨੂੰ ਸਿੱਕਿਆਂ ਨਾਲ ਤੋਲਣ ਦੀ ਲੋੜ ਹੈਗੀ ਹੈ। ਤੁਸੀਂ ਤਾਂ ਤੁਲੇ ਤਲਾ ਹੀ ਹੋ, ਲੋਕਾਂ ਦਾ ਪਤਾ ਹੀ ਹੈ ਵੀ ਯਾਰ ਤੁਸੀਂ ਤਾਂ ਕੰਮ ਹੀ ਬੜੇ ਕੀਤੇ ਨੇ।
ਦਲਵੀਰ ਗੋਲਡੀ ਆਪਾਂ ਧੂਰੀ ਹਲਕੇ ਦੀ ਆਪਾਂ 2-3 ਮਿੰਟ ਗੱਲ ਕਰਾਂਗੇ, ਉਸ ਤੋਂ ਬਾਅਦ ਸਮਾਪਤੀ ਕਰਾਂਗੇ, ਸਮਾਂ ਕਾਫੀ ਹੋ ਗਿਆ ਜੀ। ਹੁਣ ਧੂਰੀ ਹਲਕੇ 'ਚ ਗੋਲਡੀ ਹਿੱਕ ਠੋਕ ਕੇ ਕਹਿੰਦਾ ਹੈ ਵੀ ਮੈਂ ਤਾਂ ਜਿੱਤਣਾ ਹੀ ਜਿੱਤਣਾ ਹੈ। ਵੀ ਉਹਨੂੰ ਪੁੱਛਣ ਵਾਲਾ ਵੀ ਪੱਟੂ ਨੂੰ ਵੀ ਜੇ ਤੂੰ ਜਿੱਤਣਾ ਹੀ ਸੀਗਾ ਵੀ ਤੇਰਾ ਤਾਂ ਮੁਕਾਬਲਾ ਨਹੀਂ ਸੀ ਭਗਵੰਤ ਮਾਨ ਦੇ ਨਾਲ, ਤੂੰ ਤਾਂ ਬਹੁਤ ਵੱਡਾ ਲੀਡਰ ਸੀ, ਘਰੇ ਬੈਠਾ ਰਹਿੰਦਾ। ਤੇਰੀ ਘਰ ਵਾਲੀ ਵੀ ਇਹੀ ਗੱਲ ਕਹਿੰਦੀ ਹੈ, ਤਾਂ ਫਿਰ ਤੂੰ ਧੂਰੀ ਦੇ ਵਿੱਚ ਹਾਈ ਕਮਾਂਡ ਨੂੰ ਇਹ ਕਹਿ ਕੇ ਪ੍ਰਿੰਕਾ ਗਾਂਧੀ ਦੀ ਐਡੀ ਵੱਡੀ ਰੈਲੀ ਕਿਉਂ ਕਰਾਈ? ਜਿੱਤਿਆ ਸੀ। ਇਹਦਾ ਮਤਲਬ ਤੁਹਾਡੀ ਹਾਈ ਕਮਾਂਡ ਨੂੰ ਚੰਗੀ ਤਰ੍ਹਾਂ ਡਰੀ ਹੋਈ ਹੈ, ਜਾਣਦੀ ਹੈ ਵੀ ਭਗਵੰਤ ਮਾਨ ਪਤੰਦਰ ਉੱਥੇ ਖੜਾ ਹੈ, ਵੀ ਸਾਡਾ ਮੁਕਾਬਲਾ ਬੜਾ ਸਕਦਾ, ਭਗਵੰਤ ਮਾਨ ਲੈ ਕੇ ਜਾ ਸਕਦਾ। ਕਿਉਂਕਿ ਦਲਵੀਰ ਗੋਲਡੀ ਦੇ ਪਿੰਡਾਂ ਵਾਲੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਦਲਵੀਰ ਗੋਲਡੀ ਨੇ ਕੰਮ ਨਹੀਂ ਕਰਾਇਆ, ਉਹਨੇ ਕੰਮ ਕਰਾਇਆ। ਉਹਨੇ ਆਪਦੀਆਂ ਟਾਈਲਾਂ ਦੀ ਜਿਹੜੀਆਂ ਉਹ ਸੜਕਾਂ ਤੇ ਉਹ ਇੰਟਰਲੌਕ ਜਿਹੜੀ ਟਾਇਲ ਲੱਗਦੀ ਹੈ, ਤੁਸੀਂ ਸ਼ਾਇਦ ਦੇਖੀ ਹੁਣ ਜਿਹੜੇ ਪੰਜਾਬ ਦੇ ਲੋਕ ਕੈਨੇਡਾ ਅਮਰੀਕਾ ਬਾਹਰ ਗਏ ਹੋਏ ਨੇ, ਇੱਕ ਇੰਟਰਲੌਕ ਟਾਇਲ ਲੱਗਦੀ ਹੈ। ਇੱਕ ਤਾਂ ਹੁੰਦੀ ਲੁੱਕ ਵਾਲੀ ਬਜਰੀ ਵਾਲੀ ਸੜਕ, ਅੱਜ ਕੱਲ੍ਹ ਉਹ ਨਹੀਂ ਬਣਦੀਆਂ, ਅੱਜ ਕੱਲ੍ਹ ਇੰਟਰਲੌਕ ਵਾਲੀਆਂ ਜਿੱਪਾਂ ਚੱਲਦੀਆਂ, ਇੱਟਾਂ ਬ੍ਰਿਕ 'ਚ ਲੱਗਦੀ ਹੈ। ਉਹ ਬ੍ਰਿਕਾਂ ਦੀਆਂ ਕਹਿੰਦੇ ਗੋਲਡੀ ਨੇ 3 ਫੈਕਟਰੀਆਂ ਲਾ ਰੱਖੀਆਂ, ਆਪਣੇ ਟਰੈਕਟਰ ਪਾ ਰੱਖੇ ਨੇ। ਹੁਣ ਤੁਸੀਂ ਦੇਖ ਲਓ ਵੀ ਸਰਕਾਰ ਦਾ ਪੈਸਾ ਗੋਲਡੀ ਦੇ ਘਰੇ ਜਾ ਰਿਹਾ ਹੈ। ਜਿਹੜਾ ਬੰਦਾ 5 ਸਾਲ ਪਹਿਲਾਂ ਇੱਕ ਮੋਟਰਸਾਈਕਲ ਤੇ ਸੀ, ਅੱਜ ਉਹਦੇ ਕੋਲ 4-4 ਲਗਜ਼ਰੀ ਗੱਡੀਆਂ ਨੇ ਔਰ ਐਡਾ ਵੱਡਾ ਬੰਗਲੋ ਪਾ ਲਿਆ। ਉਹਨੇ ਕਿੱਥੋਂ ਪਾ ਲਿਆ? ਐਡੀ ਕਿਹੜੀ ਸਰਕਾਰ ਨੇ ਉਹਦੀ ਤਨਖਾਹ ਲਾ ਪੈਨਸ਼ਨ ਲਾਤੀ ਸੀ ਪਰ ਮੰਥ ਵੀ ਜਿਹਦੇ ਨਾਲ ਉਹ ਕਰ ਲਿਆ। ਮੈਂ ਕਹਿੰਦਾ 2 ਲੱਖ ਰੁਪਈਆ ਜਿਹੜਾ ਬੰਦਾ ਕਮਾਉਂਦਾ ਹੈ ਉਹਦੀ ਸਾਲਾਨਾ ਇਨਕਮ 12 ਦੂਣੀ 24 ਲੱਖ ਰੁਪਏ ਬਣਦੀ ਹੈ। 24 ਲੱਖ ਤੋਂ ਬਾਅਦ ਟੈਕਸ ਕਿੰਨਾ ਉਹਦਾ? 24 ਸੁਣੋ ਲਹਿਰ ਸਾਹਿਬ, 24 ਲੱਖ ਦੇ ਵਿੱਚੋਂ ਆਪਾਂ ਟੈਕਸ ਵੀ ਭਰਿਆ ਔਰ 24 ਲੱਖ ਦੇ ਵਿੱਚੋਂ 12 ਲੱਖ ਰੁਪਏ ਦਾ ਘਰ ਤੇ ਖਰਚਾ ਆਊਗਾ, ਰਾਸ਼ਨ ਪਾਣੀ ਤੇ, ਬਿਜਲੀ ਪਾਣੀ, ਰਾਸ਼ਨ, ਗੱਡੀਆਂ, ਤੇਲ। 12 ਲੱਖ ਦੇ ਵਿੱਚ ਕਿਹੜਾ ਧਨਾੜ ਆ ਜਿਹੜਾ 5 ਸਾਲ ਦੇ ਵਿੱਚ ਜੇ 12 ਲੱਖ ਨੂੰ ਸੇਵਿੰਗ ਮੰਨ ਲਿਆ। ਚਲੋ ਮੈਂ ਕਹਿੰਦਾ ਦਲਵੀਰ ਗੋਲਡੀ ਨੇ 18 ਲੱਖ ਸੇਵਿੰਗ ਕਰ ਲਈ। 18 5 90 ਲੱਖ ਰੁਪਇਆ ਹੋ ਗਿਆ। 90 ਲੱਖ ਰੁਪਈਆ ਕੀ ਉਹਦੇ ਘਰ ਤੇ 90 ਲੱਖ ਰੁਪਈਆ ਲੱਗਿਆ? ਉਹਦੇ ਘਰ ਤੇ ਘੱਟੋ ਘੱਟ ਕਰੋੜਾਂ ਰੁਪਈਆ ਲੱਗੇ ਤੇ ਪੈਸਾ ਆਇਆ ਕਿੱਥੋਂ? ਪੁੱਛੇ ਕੌਣ ਆ? ਉਹ ਗੱਲ ਉਹੀ ਗੱਲ ਫਿਰ ਪੁਰਾਣੀ ਕਹਾਵਤ ਹੈ ਵੀ ਨੀਲੇ ਬਗਲੇ ਚਿੱਟੇ ਮੋਰ, ਇਹ ਵੀ ਪਤੰਦਰ ਚੋਰ ਤੇ ਉਹ ਵੀ ਚੋਰ, ਇਹ ਸਾਰੇ ਚੋਰ। ਸਵਾਲ ਬਿਲਕੁਲ ਤੁਹਾਡਾ ਸਹੀ ਹੈ। ਜੇ ਸਾਰੇ ਕੈਂਡੀਡੇਟਸ ਜਿੰਨੇ ਵੀ ਪੰਜਾਬ 'ਚ ਹੁਣ ਖੜੇ ਨੇ ਰੰਗ ਬਰੰਗੀਆਂ ਪਾਰਟੀਆਂ ਵੱਲੋਂ, ਅਗਰ ਇਹਨਾਂ ਦੀ ਯੂਨੀਵਰਸਿਟੀ ਆਰਾਮ ਨਾਲ ਹੋਵੇ, ਇਮਾਨਦਾਰੀ ਨਾਲ ਹੋਵੇ, ਤਾਂ ਇਹਨਾਂ ਦੇ ਬੰਗਲੇ ਜਿਹੜੇ ਨੇ ਜਿੰਨੀਆਂ ਇਹਨਾਂ ਨੇ ਉਹ ਆਪਣੀਆਂ ਉਹ ਭਰੀਆਂ ਨੇ ਨਾ, ਸਰਟੀਫਿਕੇਟ ਦਿੱਤੇ ਨੇ ਇਨਕਮ ਦੇ, ਉਹ ਤਾਂ ਸਿਰਫ ਇਹਨਾਂ ਦੇ ਟਾਟਾਂ ਟੂਟਾਂ ਤੇ ਪੂਰੇ ਹੋ ਜਾਣੇ ਆ। ਇਹ ਤਾਂ ਸਿਰਫ ਗਮਲਿਆਂ ਤੇ ਪੂਰੇ ਹੋ ਜਾਣੇ ਆ। ਇਹਦੇ ਗੇਟ ਦੇ ਅੰਦਰ ਵੜਨ ਦੀ ਲੋੜ ਹੀ ਨਹੀਂ ਪੈਂਦੀ। ਸੋ ਕਹਿਣ ਦਾ ਭਾਵ ਕਰੇ ਕਿਹੜਾ, ਕਿਉਂਕਿ ਹਿੰਦੁਸਤਾਨ ਦੇ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਤੁਸੀਂ ਸ਼ਿਕਾਇਤ ਕਰਨੀ ਆ ਉਹ ਤਾਂ ਪਹਿਲਾਂ ਹੀ ਇਹਨਾਂ ਨਾਲ ਰਲੇ ਹੋਏ ਨੇ। ਸੋ ਇਸ ਕਰਕੇ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਅਪਸੈਟ ਹੋ ਚੁੱਕਾ। ਇਸ ਨੂੰ ਸੈੱਟ ਕਰਨ ਵਾਸਤੇ ਕੋਈ ਚੋਣਾਂ ਦਾ ਰਾਹ ਜਿਹੜਾ ਇਹ ਸਭ ਤੋਂ ਮਾੜਾ ਕ੍ਰੀਏਟ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਸਾਨੂੰ ਆਪਣੀ ਐਜੂਕੇਸ਼ਨ ਜਿਹੜੀ ਆ, ਰਾਜਸੀ ਜਿਹੜੀ ਸਮਝ ਹੈ, ਇਹਨੂੰ ਬਣਾਉਣ ਦੀ ਲੋੜ ਪਏਗੀ, ਨਹੀਂ ਤਾਂ ਕਦੇ ਇਦਾਂ ਦੇ ਨਹੀਂ ਹੁੰਦਾ। ਕਿਉਂਕਿ ਤੁਸੀਂ ਆਪ ਖੁਦ ਹੀ ਜਾਣਦੇ ਹੋ ਵੀ ਜਿਹੜੇ ਬੰਦੇ 5 ਸਾਲ ਤੱਕ ਤੁਹਾਡੇ ਘਰਾਂ 'ਚ ਨਹੀਂ ਆਏ, ਕਈ ਵਾਰ ਕੁਲਵੰਤ ਗਿੱਲ ਜੀ ਨੇ ਕਿਹਾ ਵੀ 18 ਜਾਂ 20 ਤਰੀਕ ਤੋਂ ਬਾਅਦ ਇਹ ਤੁਸੀਂ ਨਹਾ ਧੋ ਕੇ ਹੁਣ ਇਹਨਾਂ ਦੇ ਘਰਾਂ ਦੇ ਮੂਹਰੇ ਪਹਿਰੇ ਦਿਓਗੇ, ਇਹਨਾਂ ਨਹੀਂ ਘਰੋਂ ਨਿਕਲਣਾ। ਇਹਨਾਂ ਦੇ ਮੁੜ ਕੇ ਕਿਸੇ ਦਾ ਵਿਆਹ ਆ, ਕਿਸੇ ਦਾ ਕੁਝ ਮਰ ਗਿਆ, ਕੋਈ ਕਿਤੇ ਚਲ ਗਿਆ, ਕੋਈ ਬਾਥਰੂਮ 'ਚ ਨਹਾ ਰਿਹਾ, ਕੋਈ ਕਿਤੇ ਆ, ਇਹ ਤੁਸੀਂ ਲੱਭਦੇ ਵੀ ਰਹੋਗੇ ਤਾਂ ਵੀ ਲੱਭਣਗੇ ਨਹੀਂ। ਲਹਿਲ ਸਾਹਿਬ 20 ਤਰੀਕ ਨੂੰ ਵੋਟਾਂ ਪੈਣੀਆਂ ਹੈ ਨਾ, ਆਪਾਂ ਗੱਲ ਸਮਾਪਤੀ ਕਰਦੇ, ਸ਼ੋਅ ਕਾਫੀ ਲੰਬਾ ਲੈ। ਮੈਂ ਲਾਸਟ ਦੀ ਗੱਲ ਕੀਤੀ ਕਿ ਉਸ ਤੋਂ ਬਾਅਦ ਇਹ ਤੁਹਾਨੂੰ ਨਜ਼ਰ ਨਹੀਂ ਆਉਣੇ। ਇਹ ਸਾਉਣ ਦੇ ਡੱਡੂ ਸਿਰਫ ਸਾਉਣ ਦੇ ਮਹੀਨੇ ਹੀ ਨਿਕਲਦੇ ਨੇ, ਇਹ ਹਰ 5 ਸਾਲ ਬਾਅਦ ਨਿਕਲਦੇ ਨੇ। ਹੁਣ ਤਾਂ ਨਾ ਤੇ ਕਿਸੇ ਚੰਨੀ ਨੂੰ ਕੰਮ ਹੈ, ਨਾ ਹੀ ਸਿੱਧੂ ਨੂੰ, ਨਾ ਹੀ ਕੇਜਰੀਵਾਲ ਨੂੰ, ਨਾ ਹੀ ਸਾਡੇ ਪ੍ਰਧਾਨ ਮੰਤਰੀ ਨੂੰ। 5 ਸਾਲ 'ਚ ਪਹਿਲਾਂ ਦੇ ਪ੍ਰਧਾਨ ਮੰਤਰੀ ਕਦੀ ਆਇਆ ਨਹੀਂ। ਪਹਿਲਾਂ ਦੇ 5 ਸਾਲ ਨਾ ਤੇ ਕੋਈ ਰਾਹੁਲ ਗਾਂਧੀ ਆਇਆ, ਨਾ ਪ੍ਰਿੰਕਾ ਆਈ, ਔਰ ਨਾ ਹੀ ਸਾਡਾ ਕੇਜਰੀਵਾਲ ਇੱਥੇ ਆਇਆ। ਹੁਣ ਸਾਰਾ ਕੁਝ ਛੱਡ ਛਡਾ ਕੇ ਇੱਥੇ ਆ ਗਏ ਨੇ। ਕੀ ਹੁਣ ਇਹਨਾਂ ਨੂੰ ਕੋਈ ਕੰਮ ਨਹੀਂ? ਕੀ ਸੈਕਟਰੀਏਟ ਬੰਦ ਹੋ ਗਏ ਨੇ? ਮੁਲਾਜ਼ਮ ਛੁੱਟੀ 'ਤੇ ਚਲੇ ਗਏ ਨੇ? ਜਾਂ ਸਾਰੇ ਧੰਦੇ ਵਿਆਹ ਸ਼ਾਦੀਆਂ ਬੰਦ ਹੋ ਗਏ ਨੇ? ਬੰਦੇ ਮਰਨੇ ਬੰਦ ਹੋ ਗਏ ਨੇ? ਉਹ ਲਹਿਲ ਸਾਹਿਬ ਸੋ ਇਹ ਕੁਝ ਨਹੀਂ ਹੋਇਆ, ਇਹ ਸਿਰਫ ਆਪਣੀ ਕਿਸਮਤਾਂ ਜਮਾਉਣ ਆਏ ਨੇ। ਮੈਂ ਤੁਹਾਨੂੰ ਦੱਸਦਾ ਕਿਸਮਤਾਂ ਲਹਿਲ ਸਾਹਿਬ ਇਹ ਤੁਹਾਡੇ ਲਈ ਨਹੀਂ ਆਏ, ਇਹ ਆਪਣੀ ਕਿਸਮਤ ਜਮਾਉਣ ਆਏ ਨੇ ਵੀ ਸਾਡੀ ਕਿਸਮਤ ਜਮਾ ਲਈਏ। ਅਗਰ ਸਾਨੂੰ ਵੋਟਾਂ ਪੈ ਗਈਆਂ ਤਾਂ ਸਾਡੀਆਂ ਪੀੜ੍ਹੀਆਂ ਤਰ ਜਾਣਗੀਆਂ। ਉਹ ਆਪਣੇ ਪਰਿਵਾਰ ਲਈ, ਆਪਣੇ ਕੁਣਬੇ ਲਈ ਆਏ ਨੇ, ਆਪਣੇ ਆਪ ਲਈ ਆਏ ਨੇ। ਤੇ ਸੋ ਲੋਕੋ, ਤੁਸੀਂ ਮੂਰਖ ਨਾ ਬਣੋ, ਸਮਝਦਾਰੀ ਕਰੋ, ਸਮਝ ਕੇ ਵੋਟ ਪਾਓ। ਇਹਨਾਂ ਦੇ ਭੁਲੇਖੇ 'ਚ ਨਾ ਆਓ। ਇਹਨਾਂ ਦੇ 5 ਸਾਲ ਦੇ ਜਾਂ 10 ਸਾਲ ਦੇ ਜਿਹੜੇ ਪਿਛਲੀਆਂ ਸਾਡੀਆਂ ਚੋਣਾਂ ਹੋਈਆਂ, ਇੰਨੇ ਲੰਬੇ ਸਮੇਂ ਤੋਂ 70 ਸਾਲ ਸਾਰੇ ਕਹੀ ਜਾਂਦੇ ਨੇ, 70 ਸਾਲ 70 ਸਾਲ। ਖੈਰ
ਜਿਨ੍ਹਾਂ ਦੀ ਉਮਰ ਹੀ ਨਹੀਂ 70 ਸਾਲ ਹੋਈ ਉਹਨਾਂ ਨੂੰ ਕਹਿਣਾ ਝੂਠ ਹੈ। ਹੁਣ ਮੇਰੇ ਵਰਗੇ ਦੀ ਉਮਰ ਆ 63 ਸਾਲ, ਤਾਂ ਮੈਂ ਤੇ ਆਪਣੇ 40-45 ਸਾਲ ਦੇ ਤਜਰਬੇ ਤੋਂ ਦੱਸ ਸਕਦਾ ਵੀ 45 ਸਾਲ ਮੈਨੂੰ ਖੁਦ ਸਿਆਸਤ 'ਚ ਹੋ ਗਿਆ, ਕਿਉਂਕਿ 16.5 ਸਾਲ ਦਾ ਸੀ ਪਹਿਲਾਂ ਮੈਂ ਜਿਸ ਵੇਲੇ ਮੈਂ ਸਿਆਸਤ 'ਚ ਆ ਗਿਆ ਸੀ। 9 ਸਰਕਾਰਾਂ ਤੁਸੀਂ ਚੁਣੀਆਂ ਨੇ, 9 ਸਰਕਾਰਾਂ, ਜੇ 9 ਸੋ ਉਦੋਂ ਤੋਂ ਹੀ ਮੈਂ ਇੱਕ ਸਿਆਸਤ ਨਾਲ ਜੁੜਿਆ ਹੋਇਆ, ਕਿਉਂਕਿ ਉਸ ਵੇਲੇ ਵੀ ਅਸੀਂ ਇਨਕਲਾਬੀ ਲਹਿਰਾਂ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰ ਰਹੇ ਹਾਂ, ਹੜਤਾਲਾਂ ਰੈਲੀਆਂ ਕਰਦੇ ਰਹੇ ਹਾਂ, ਵਿਕਾਸ ਦੀਆਂ ਜਦੋਂ ਗੱਲਾਂ ਹੁੰਦੀਆਂ ਸੀ ਤਾਂ ਅਸੀਂ ਖਿਲਾਫ ਬੋਲਦੇ ਸੀ। ਕਹਿਣ ਦਾ ਭਾਵ ਅੱਜ ਵੀ ਉੱਥੇ ਦਾ ਉੱਥੇ ਹੀ ਭਾਰਤ ਜਿਹੜਾ ਖੜਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ। ਸੋ ਇਸ ਕਰਕੇ ਹੀ ਸੱਖਣਾ ਕਿਉਂਕਿ ਅਸੀਂ ਅਜੇ ਤੱਕ ਇਹ ਸਮਝਦਾਰੀ ਨਹੀਂ ਕੀਤੀ, ਅਸੀਂ ਕਿਸੇ ਸਹੀ ਰਸਤੇ ਤੇ ਨਹੀਂ ਚੱਲੇ, ਇਸ ਕਰਕੇ ਸਾਡਾ ਜਿਹੜਾ ਭਵਿੱਖ ਹੈ ਉਹ ਅੱਜ ਵੀ ਖਤਰੇ 'ਚ ਹੈ। ਜੇ ਬਚਾਉਣਾ ਚਾਹੁੰਦੇ ਜੋ ਤੇ ਇਹੀ ਇਹਦਾ ਹੱਲ ਹੈ, ਇਕੱਠੇ ਹੋਵੋ, ਏਕਤਾ ਪੈਦਾ ਕਰੋ, ਸੂਝ ਪੈਦਾ ਕਰੋ। ਇਹ ਤਾਂ ਹੀ ਇਕੱਠੇ ਹੋ ਕੇ ਸੂਝ ਪੈਦਾ ਕਰਕੇ ਤਾਂ ਹੀ ਤੁਸੀਂ ਲੋਕਾਂ ਦੀ ਆਪਣੀ ਸਰਕਾਰ ਚੁਣ ਸਕਦੇ ਹੋ। ਲਹਿਲ ਸਾਹਿਬ ਮੈਂ ਤੁਹਾਨੂੰ ਇੱਕ ਸੀਨ ਸਮਝਾਉਣਾ ਜੀ। 21 ਤਰੀਕ ਨੂੰ 20 ਤਰੀਕ ਨੂੰ ਵੋਟਾਂ ਪੈਣੀਆਂ ਨੇ ਜੀ ਮੈਂ ਇੱਕ ਮਿੰਟ ਗੱਲ ਕਰਨੀ ਆਪਾਂ ਜੀ। 20 ਨੂੰ ਵੋਟਾਂ ਪੈਣੀਆਂ ਨੇ, 20 ਨੂੰ ਉਹ ਫੁੱਫੜ ਵੀ ਫੜ ਲਿਆਓ, ਉਹ ਮਾਸੜ ਵੀ ਫੜ ਲਿਆਓ, ਉਹ ਫਲਾਨਾ ਬੰਦਾ ਵੀ ਲਿਆਓ ਯਾਰ, ਉਹਦੀ ਵੋਟ ਪਈ ਨਹੀਂ, ਉਹਦੀ ਵੋਟ ਭੁਗਤੀ ਨਹੀਂ, ਉਹਦੀ ਵੋਟ ਪਈ ਨਹੀਂ, ਉਹ ਚਾਚੀ ਬਿਸ਼ਨੋ ਵੀ ਰਹਿ ਗਈ, ਉਹ ਚਾਚੀ ਫਲਾਨੀ ਵੀ ਰਹਿ ਗਈ, ਭੂਆ ਵੀ ਰਹਿ ਗਈ, ਉਹ ਵੀ ਰਹਿ ਗਿਆ, ਹੈ ਨਾ। ਮਤਲਬ ਪੂਰੀ ਗਹਿਮਾ ਗਹਿਮੀ। ਹੁਣ ਭੂਆ ਨੂੰ ਵਿਚਾਰੀ ਨੂੰ ਗੱਡੀਆਂ ਚੱਕ ਕੇ ਲੈ ਕੇ ਆ ਰਹੇ ਨੇ, ਫੁੱਫੜ ਨੂੰ ਸਾਈਕਲਾਂ ਤੇ ਲੈ ਕੇ ਆ ਰਹੇ ਨੇ, ਮਾਸੜ ਨੂੰ ਕਾਰ ਤੇ ਲੈ ਕੇ ਆ ਰਹੇ ਨੇ। ਇਹ ਮਾਸੜ ਇੱਕ ਵਾਰੀ ਵੋਟ ਪਤਾ ਜੀ ਪੈਰੀ ਹੱਥ ਲਾ ਗਏ, ਹੈ ਨਾ, ਮਾਸੜ ਜੀ ਫੁੱਫੜ ਜੀ। ਜਦੋਂ 20 ਨੂੰ ਸ਼ਾਮ ਨੂੰ 5 ਵਜਣੇ ਬੜਾ ਭਿਅੰਕਰ ਨਜ਼ਾਰਾ ਦੇਖਣ ਨੂੰ ਮਿਲਣਾ ਹੈ। ਇਹ ਸਾਰੇ ਲੀਡਰ ਤਿੱਤਰ ਪਟਾਰ ਹੋ ਜਾਣੇ ਨੇ। ਬੱਬੂ ਮਾਨ ਦਾ ਗਾਣਾ ਫਿਰ ਵੱਜਣਾ ਮਿੱਠਾ ਮਿੱਠਾ, ਮਿੱਤਰਾਂ ਦੀ ਛਾਤਰੀ ਤੋਂ ਉੱਡ ਗਈ, ਲਾਉਂਦੀ ਕਿਤੇ ਫਿਰ ਉਡਾ ਰਹੀਆਂ। ਔਰ ਉਸ ਤੋਂ ਬਾਅਦ ਫਿਰ ਦਿਨ ਚੜ੍ਹਨਾ, ਰਾਤ ਪੈ ਜਾਣੀ, ਰਾਤ ਨੂੰ ਦਾਰੂ ਚੱਲੂਗੀ ਇਹ ਜੀ ਗੱਲ। 20 ਤਰੀਕ ਨੂੰ ਪੂਰਾ ਮਜਮਾ ਲੱਗੂਗਾ, ਪੂਰੇ ਪਾਰਟੀਆਂ ਚੱਲਣਗੀਆਂ। 21 ਤਰੀਕ ਨੂੰ ਸੁੰਨਸਾਨ ਹੋਣੀ ਹੈ। ਪਰੌਂਠੇ ਬਣਾਉਣ ਵਾਲੇ ਹਲਵਾਈ ਭੱਜ ਜਾਣੇ ਨੇ, ਦਾਰੂ ਪੀਣ ਵਾਲੇ ਠੇਕੇਦਾਰ ਭੱਜ ਜਾਣੇ ਨੇ, ਭੁੱਕੀ ਫੀਮ ਡੋਡੇ ਖਵਾਉਣ ਵਾਲੇ ਕਾਰੀਗਰ ਭੱਜ ਜਾਣੇ ਨੇ। ਔਰ ਜਿਹੜੇ ਬੰਦੇ ਸਵੇਰੇ ਸਵੇਰੇ ਸ਼ਾਮਲੇ ਵਾਲੀ ਪੱਗ ਬੰਨ੍ਹ ਕੇ MLA ਦੇ ਘਰੇ ਜਾਂਦੇ ਸੀ, ਉਹਨੂੰ ਮਿਲਣਾ ਕੂੰਡਾ, ਉਹਨੂੰ ਮਿਲਣਾ ਜੀਂਦਾ, ਔਰ ਮੁੜ ਕੇ ਉਹ ਵਿਚਾਰਾ ਭਮੱਤਰਿਆ ਜਿਹਾ ਬੈਠਾ ਹੋਣਾ। ਔਰ ਐਂ ਸੋਚੀ ਜਾਣਾ ਯਾਰ ਵੋਟਾਂ ਤਾਂ ਰੋਜ਼ ਹੋ ਜਾਇਆ ਕਰਨ, ਇਹ ਬੜੀਆਂ ਜਲਦੀ ਵੋਟਾਂ ਖਤਮ ਹੋ ਗਈਆਂ, ਤੁਹਾਡੇ ਨਾਲ ਇਹ ਕੁੱਤੇ ਖਾਣੀ ਹੋਣ ਵਾਲੀ ਹੈ, 4-5 ਦਿਨ ਰਹਿ ਗਏ, ਕਿਰਪਾ ਕਰਕੇ ਵੋਟਾਂ ਸੋਚ ਸੱਚ ਕੇ ਪਾਇਓ। ਸੋ ਦੋਸਤੋ ਸਾਨੂੰ ਹੁਣ ਖਤਮ ਕਰਨਾ ਪ੍ਰੋਗਰਾਮ। ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿਸ ਤਰ੍ਹਾਂ ਦੀ ਲੱਗੀ, ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦੇ ਦਿਆ ਕਰੋ। ਕੱਲ੍ਹ ਫਿਰ ਮਿਲਾਂਗੇ ਕਿਸੇ ਨਵੀਂ ਚਰਚਾ ਦੇ ਨਾਲ। ਤਦ ਤੱਕ ਲਈ ਭਖਦੇ ਮਸਲੇ ਦੀ ਪੂਰੀ ਟੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।